सतनाम जी। ज्ञान ध्यान किछ कर्म न जाना, सार न जाना तेरी। सब ते वड्डा सतगुर नानक, जिन कल राखी मेरी। बाणी गुरु गुरु है बाणी, विच बाणी अंमृत सारे। गुरबाणी कहे सेवक जन मानै, परतख गुरु निस्तारे। सज्जन सच्चा पातशाह, सिर शाहां दा शाहो। जिस पास बैठिया सोहीया, सबना दा वेसाहो। सतनाम श्री वाहिगुरु साहिब जीओ। श्लोक महला चौथा। कर किरपा सतगुर मेलियो न, मुख गुरमुख नाम ध्याए सी। सो करे जे सतगुर भावसी, गुर पूरा घरी वसाए सी। कर किरपा सतगुर मेलियो न, मुख गुरमुख नाम ध्याए सी। सो करे जे सतगुर भावसी, गुर पूरा घरी वसाए सी। जिन अंदर नाम निधान है, तिन का भौ सब गवाए सी। जिन रखण कौ हर आप होए, होर केती झख झख जाए सी। जन नानक नाम ध्याए तू, हर हालत पलत छोड़ाए सी। जिन रखण कौ हर आप होए, होर केती झख झख जाए सी। जन नानक नाम ध्याए तू, हर हालत पलत छोड़ाए सी। वाहिगुरु जी का खालसा, वाहिगुरु जी की फतेह। सतगुरु गरीब नवाज, पतित पावन भगत बछल, सर्व जीआं दी रखिया करनहार सतगुरु धन गुरु ग्रंथ साहब सच्चे पातशाह जी दी पावन पवित्र हजूरी अंदर बाला प्रीतम सतगुरु गुरु हरकृष्ण साहब सच्चे पातशाह जी दे पावन स्थान ते हाजरियां भर रहे गुरु खालसा साध संगत जी। सतगुरु जी ने महान बख्शिशां कीतियां हन। सतगुरु ने मेहर करके संगत विच सद के दर्शन दीदारे जिथे बख्शिश कीते हैं, उत्थे गुरु की बाणी का नितनेम, श्री आसा जी दी वार दे कीर्तन, ये आनंद सतगुरु की बख्शिश तो बिना प्राप्त नहीं हो सकता। सतगुरु ने बड़ी मेहर की है, संगतां ने लाहा लिया है। सो वख वख थावां ते श्रद्धालु गुरु के सिख सेवावां निभा रहे हैं। महाराज सच्चे पातशाह जी ने बहुत बख्शिशां करके ये सेवा सेवन की दात बख्शिश की है। सो हुण कथा का समा आया है, जो निता प्रति की मर्यादा है इस पावन स्थान की। साध संगत जी उस मुताबिक लड़ीवार कथा चल रही है। सो गौड़ी की वार विच चौथे पातशाह जी ने धन गुरु रामदास महाराज ने बहुत ही अनमोल सानों सिक्ख्या बख्शिश की है। साध संगत जी समुची वार
ਵਾਰ ਨਾਮ ਹੁੰਦਾ ਯੁੱਧ ਦਾ, ਲੜਾਈ ਦਾ। ਇੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਮਨਮੁਖ ਤੇ ਗੁਰਮੁਖ ਦਾ ਯੁੱਧ ਦਿਖਾਇਆ, ਕਿਉਂਕਿ ਸਾਡੇ ਸਰੀਰ ਦੇ ਅੰਦਰ, ਮਨ ਦੇ ਅੰਦਰ ਦੋਨੇ ਅਵਸਥਾ, ਜੇ ਇਸ ਮਨ ਨੂੰ ਕੁਸੰਗਤ ਮਿਲ ਜਾਵੇ ਤਾਂ ਇਹ ਮਨਮੁਖ ਦੇ ਰਾਹ ਤੇ ਤੁਰ ਪੈਂਦਾ ਹੈ, ਜੇ ਸਤਸੰਗਤ ਮਿਲ ਜਾਵੇ ਤਾਂ ਇਹ ਗੁਰਮੁਖਤਾਈ ਧਾਰਨ ਕਰ ਲੈਂਦਾ। ਤੇ ਸਤਿਗੁਰੂ ਨੇ ਇਹਦੇ ਲੱਛਣ ਅਤੇ ਸਮੁੱਚੇ ਰਾਹ ਤੇ ਚੱਲਣ ਦਾ ਮਾਰਗ ਦਾ ਮਹਾਰਾਜ ਨੇ ਤਰੀਕਾ ਸਾਨੂੰ ਸਮਝਾਇਆ ਹੈ। ਹਰ ਸ਼ਲੋਕ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਵੈਸੇ ਜਿਹੜੀ ਵਾਰ ਹੈ ਇਹ ਪੌੜੀਆਂ ਦੇ ਆਧਾਰਿਤ ਹੁੰਦੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਜਿਹਦੀਆਂ ਸਾਰੀਆਂ ਹੀ ਪੌੜੀਆਂ ਵਾਰ ਵਿੱਚ ਹੁੰਦੀਆਂ, ਉਹ ਸਿਰਲੇਖ ਅੰਦਰ ਸਤਿਗੁਰੂ ਪਾਤਸ਼ਾਹ ਜੀ ਦਾ ਸਿਰਨਾਮਾ ਹੁੰਦਾ ਹੈ। ਇਹ ਚੌਥੇ ਪਾਤਸ਼ਾਹ ਦੀ ਵਾਰ ਹੈ ਤੇ ਸੰਬੰਧਿਤ ਸ਼ਲੋਕ ਵੀ ਜ਼ਿਆਦਾ ਮਹਾਰਾਜ ਚੌਥੇ ਪਾਤਸ਼ਾਹ ਦੇ ਹੀ ਹੈ। ਸੋ ਸਤਿਗੁਰੂ ਪਾਤਸ਼ਾਹ ਦੇ ਨਾਲ, ਕਿਉਂਕਿ ਭਾਵੇਂ ਇੱਕੋ ਹੀ ਸਰੂਪ ਹੈ ਪਰ ਵੱਖ-ਵੱਖ ਸਰੂਪਾਂ ਦੇ ਵਿੱਚ ਵੀ ਮਹਾਰਾਜ ਦੇ ਸ਼ਲੋਕ ਪੌੜੀਆਂ ਵਿੱਚ ਦਰਜ ਕੀਤੇ ਗਏ ਨੇ। ਆਓ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਰਹਿਮਤ ਬਖਸ਼ਿਸ਼ ਕੀਤੀ ਹੈ ਕਿ ਮਨਮੁਖਤਾਈ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਕੀ ਉਪਾਅ ਨੇ, ਕਿਉਂਕਿ ਸੰਗਤਾਂ ਦੇ ਵਿੱਚ ਬਹੁਤ ਇਹ ਉਤਾਵਲਾਪਣ ਸੀ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਹ ਪੁੱਛੀਏ ਕਿ ਮਹਾਰਾਜ, ਗੁਰਬਾਣੀ ਦੇ ਵਿੱਚ ਆਪ ਜੀ ਨੇ ਬਹੁਤ ਬਖਸ਼ਿਸ਼ ਕੀਤੀ ਹੈ ਕਿ ਹਰ ਗੁਰਸਿੱਖ ਨੂੰ ਗੁਰਮੁਖਤਾਈ ਧਾਰ ਕੇ ਆਪਣਾ ਜੀਵਨ ਬਸਰ ਕਰਨਾ ਚਾਹੀਦਾ ਹੈ, ਤੇ ਮਹਾਰਾਜ ਜੀ ਆਪ ਇਸ ਦਾ ਤਰੀਕਾ ਦੱਸੋ, ਇਸ ਦੀ ਜਾਂਚ ਦੱਸੋ, ਸਾਨੂੰ ਇਹ ਮਾਰਗ ਸਮਝਾਓ। ਤਾਂ ਮਹਾਰਾਜ ਜੀ ਨੇ ਬਹੁਤ ਬਖਸ਼ਿਸ਼ ਕੀਤੀ ਹੈ। ਆਓ ਬਹੁਤ ਧਿਆਨ ਦੇ ਨਾਲ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ, ਜੇ ਥੋੜਾ ਵੀ ਸਾਡੇ ਮਨ ਵਿੱਚ ਵਸ ਗਿਆ, ਅਸੀਂ ਥੋੜਾ ਵੀ ਸੁਣ ਕੇ ਉਸ ਨੂੰ ਧਾਰਨ ਕਰ ਲਿਆ, ਤੇ ਸਾਡਾ ਜੀਵਨ ਗੁਰਮੁਖਤਾਈ ਵਿੱਚ ਬਦਲ ਜਾਏਗਾ। ਸਤਿਗੁਰੂ ਜੀ ਮਿਹਰ ਕਰ ਦੇਣਗੇ, ਕਿਉਂਕਿ ਇਹ ਵੱਡੇ ਦੀਆਂ ਵਡਿਆਈਆਂ ਹੈ, ਉਸ ਅਕਾਲ ਪੁਰਖ ਦੀ ਰਹਿਮਤ ਹੈ। ਇਹ ਬਾਣੀ ਗੁਰੂ ਹੈ, ਬਾਣੀ ਸ਼ਕਤੀ ਹੈ, ਬਾਣੀ ਕਸ਼ਿਸ਼ ਹੈ। ਸਾਧ ਸੰਗਤ ਜੀ, ਬਾਣੀ ਰੱਬ ਹੈ, ਕਿਉਂਕਿ ਇਹ ਬਾਣੀ ਦਾ ਉਪਦੇਸ਼ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਹੁਣ ਤੱਕ ਤਾਂ ਅਸੀਂ ਗੁਰਮੁਖਤਾਈ ਵਾਲਾ ਕਾਰਜ ਕੋਈ ਕੀਤਾ ਨਹੀਂ, ਹੁਣ ਅਸੀਂ ਕਥਾ ਸੁਣ ਵੀ ਲਵਾਂਗੇ, ਮੰਨਣ ਦਾ ਵੀ ਅਸੀਂ ਯਤਨ ਕਰਾਂਗੇ, ਤੇ ਫਿਰ ਕੀ ਫਰਕ ਪੈ ਜਾਵੇਗਾ। ਨਹੀਂ ਭਾਈ, ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਇੱਥੋਂ ਤੱਕ ਬਖਸ਼ਿਸ਼ਾਂ ਕਰ ਦਿੰਦੇ ਨੇ, ਕਿਣਕਾ ਹੈ ਕਿ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ। ਇੱਕ ਕਿਣਕਾ ਵੀ ਸਾਡੇ ਹਿਰਦੇ 'ਚ ਵਸ ਗਿਆ ਤੇ ਉਹ ਸਾਡਾ ਮਨਮੁਖਤਾਈ ਦਾ ਰਸਤਾ ਬਦਲ ਦੇਗਾ, ਗੁਰਮੁਖਤਾਈ ਦੇ ਰਸਤੇ ਤੇ ਤੋਰ ਕੇ ਸਾਡਾ ਜੀਵਨ ਸਫਲਾ ਕਰ ਦੇਵੇਗਾ। ਇਹ ਸਤਿਗੁਰੂ ਦੀਆਂ ਬਖਸ਼ਿਸ਼ਾਂ ਹਨ। ਪਰ ਆਓ ਇੱਕ ਵਾਰੀ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਇਓ। ਫਤਿਹ ਬੁਲਾਉਣ 'ਚ ਆਪਣਾ ਧਿਆਨ ਨਹੀਂ ਹੁੰਦਾ, ਆਪਾਂ ਆਵੇਸਲੇਪਣ 'ਚ ਫਤਿਹ ਨਹੀਂ ਬੁਲਾਉਂਦੇ, ਜਾਂ ਪਤਾ ਨਹੀਂ ਬੁਲਾਉਣਾ ਹੀ ਨਹੀਂ ਚਾਹੁੰਦੇ। ਪਰ ਭਾਈ ਇਹ ਫਤਿਹ ਗੁਰੂ ਦੀ ਆ। ਮਹਾਰਾਜ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਇਸ ਫਤਿਹ ਵਿੱਚ। ਫਤਿਹ ਵਿੱਚ ਸਿਮਰਨ ਵੀ ਦਿੱਤਾ, ਤੇ ਹਰ ਮਨੁੱਖ ਫਤਿਹ ਚਾਹੁੰਦਾ, ਉਹਦੀ ਚਾਹਨਾ ਵੀ ਪੂਰੀ ਕੀਤੀ। ਹਰ ਚਾਹੁੰਦਾ ਮੇਰੀ ਹਰ ਕਾਰਜ ਵਿੱਚ ਫਤਿਹ ਹੋਵੇ, ਪਰ ਫਤਿਹ ਚਾਹੁੰਦੇ ਆ, ਫਤਿਹ ਬੁਲਾਉਂਦੇ ਨਹੀਂ। ਇਹਦੇ ਵੱਲ ਜ਼ਰੂਰ ਧਿਆਨ ਰੱਖਣਾ ਚਾਹੀਦਾ ਚੜ੍ਹਦੀ ਕਲਾ ਦੇ ਵਿੱਚ, ਕਿਉਂਕਿ ਗੁਰਸਿੱਖਾਂ ਨੇ ਤਾਂ ਰਹਿਤਨਾਮਿਆਂ ਵਿੱਚ ਲਿਖ ਦਿੱਤਾ, ਆਗੇ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਕੀ ਫਤਿਹ ਬੁਲਾਵੈ, ਬਿਨਾਂ ਭੇਦ ਤੋਂ, ਬਿਨਾਂ ਕਿਸੇ ਸਾਧ ਸੰਗਤ ਜੀ ਆਪਸੀ ਵੈਰ ਵਿਰੋਧ ਤੋਂ, ਬਿਨਾਂ ਈਰਖਾ ਤੋਂ, ਬਿਨਾਂ ਕਿਸੇ ਮਤ ਭੇਦ ਤੋਂ। ਅਸੀਂ ਤੇ ਬੜੇ, ਮੈਂ ਇਸ ਪਾਸੇ ਨਾ ਜਾਵਾਂ, ਬੜੇ ਇੱਥੋਂ ਤੱਕ ਚੱਲ ਗਏ ਵੀ ਇਹ ਕਿਹੜੀ ਸੰਪਰਦਾ ਦਾ ਬੰਦਾ, ਇਹਨੂੰ ਫਤਿਹ ਬੁਲਾਉਣੀ ਹੈ ਕਿ ਨਹੀਂ ਬੁਲਾਉਣੀ, ਇੱਥੋਂ ਤੱਕ ਚਲੇ ਗਏ। ਇਹ ਸਾਡੇ ਜੀਵਨ ਦਾ ਨਿਗਾਰ ਹੈ। ਨਹੀਂ, ਅਸੀਂ ਦੇਖੋ ਇਹ ਕਲਗੀਧਰ ਪਾਤਸ਼ਾਹ ਦਾ ਸਿੰਘ ਹੈ, ਇਹ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਾ ਸਿੱਖ ਹੈ। ਕਿੰਨੀ ਖੁਸ਼ੀ ਹੁੰਦੀ ਹੈ ਕਿ ਸਿੱਖ ਆ ਰਿਹਾ ਹੈ, ਤੇ ਖੁਸ਼ ਹੋ ਕੇ ਇੱਥੋਂ ਤੱਕ ਵੀ ਸਾਧ ਸੰਤ ਗੁਰਸਿੱਖਾਂ ਦਾ ਜੀਵਨ ਸੁਣਿਆ, ਵੇਖਿਆ। ਦੋ ਸਿੱਖ ਆਉਂਦੇ ਨੇ ਬਾਜ਼ਾਰ ਵਿੱਚ, ਤੇ ਨੀਵੀਂ ਪਾ ਕੇ ਆਪਣੇ ਅਭਿਆਸ ਵਿੱਚ ਤੁਰੇ ਆਉਂਦੇ ਨੇ। ਨੇੜੇ ਆ ਕੇ ਫਤਿਹ ਬੁਲਾਈ, ਫਤਿਹ ਬੁਲਾ ਦਿੱਤੀ।
कहते भी आनंद नहीं आया। तू 4 कर्मां पिछे हो ते मैं भी होना, दोबारा फतेह बुलाउणी है। 4 कर्मां पिछे होया, 4 होया तो फिर गज के फतेह बुलाई, लै कहते हुण आनंद आया। इहो जिहे गुरसिख भी आ। पर साध संगत सानू हमेशा जदों असीं फतेह बुलावांगे, अद्धियां बुलावां तो वैसे ही टल जाणगीਆਂ, मन विच खेड़ा पैदा होवेगा। साध संगत जी सारी संगत ऐन ध्यान धर के गज के फतेह बुलाओ। वाहिगुरु जी का खालसा, वाहिगुरु जी की फतेह। श्लोक महला चौथा। श्लोक नाम चलदा भी है, श्लोक नाम स्वै लोक की प्राप्ति करन दा भी है। महाराज सच्चे पातशाह चौथे पातशाह गुरु रामदास महाराज सच्चे पातशाह जी ये 18वीं पौड़ी दे श्लोक शुरू कर रहे हैं। सतगुरु पातशाह जी रहमत कर रहे हैं। कर किरपा सतगुर मेलिओ न। कहते भाई ये ते गुरु की किरपा हुंदी है, महाराज की बख्शिश हुंदी है। देखो धन गुरु नानक साहब तो लैके महाराज ने इहो जिहा सिद्धांत बनाया 10वें पातशाह तक। जदों असीं खालसे का समुचा स्वरूप तकदे हां ना, ते उहदे विचों धन गुरु नानक साहब सच्चे पातशाही तो लैके 10वें पातशाही तक दी सारी कमाई, महाराज सच्चे पातशाही का सारा जीवन ते सारे परोपकार जदों सारे समो जाते ने, ते उहदा नाम फिर खालसा महाराज ने बख्शिश किया है। हालांकि मुढ़ दे विच ही जो सतगुरु जी ने सानू न्यारापन दिता, जो महाराज सच्चे पातशाह जी ने वखरा राह चला के सानू गुरमुख गाड़ी राह ते तोरिया, ये मुढ़ विच ही तोर दिता। आद निरंजन है गुरु नानक, धार के मूर्त है जाके आयो। लोक सुनियो परलोक सुनियो, विद लोक सुनियो, सब दर्शन पायो। संगत पार उतारन को गुरु नानक साहिब पंथ चलायो। वाहे गुरु गुरु नानक साहिब धार के मूर्त है जागे आयो। ये तो उन्होंने पंथ पहले ही चला दिता। धन गुरु नानक साहब जी ने ऐसी किरपा कर दी। साध संगत जी जो असी हुण अगले महीने दे विच सतगुरु जी का अवतार पुरब आ रहा है, सानू सारे घरां दे विच महाराज का जीवन पढ़ना चाहिए, विचारना चाहिए कि किवें महाराज सच्चे पातशाह जी ने सानू इस राह ते तोरिया, किहो जिहा जंजाल बनिया होया सी, किहो जिहे भरम पए होए सी, किन्ना भेखां दे विच सानू इस मनुखताई नूं लपेटिया होया सी, भरम जाल दे विच दुनिया ने फसाया होया सी। महाराज ने सारे वहम कढे। ऐसी रहमत कीती सतगुरु पातशाह जी ने, जिथे सतगुरु दे जीवन च भाई गुरदास जी भी लिखते ने ना, सब जिती सिद्ध मंडली कीतोस अपना पंथ निराला। कहते शब्द दे नाल ऐसी चर्चा विचार कीती, क्योंकि उदों सिद्धां दा युग सी। सिद्ध अपने आप नूं शक्तिमान समझते सन ते अपनियां शक्तियां दे नाल अपनी पूजा दे विच लोकां नूं लाया होया सी कि सानू वध मत्थे टेको, जिन्हूं वध मत्थे टेको ते ओह वड्डा सिद्ध। महाराज सच्चे पातशाह जी ने सब दे हंकार दूर कीते, इत्थों तक कि सिद्धां ते पीरां दी बड़ी वड्डी चर्चा सी। सतगुरु ने एक एक कदम ते जाके भी जिथे महाराज ने 4 उदासियां कीतियां ना, ते सानू हमेशा वास्ते बहुत वड्डा जीवन दे गए, महाराज बहुत वड्डी सिक्ख्या दे गए जे असीं धारण कर लईए तां। साध संगत जी सतगुरु पातशाह जी सिद्धां तो बाद पीरां वल होए, मलतान विच गए सतगुरु जी। जिवें काशी मशहूर सी ना भी काशी दे विच वड्डे भगत ने, काशी दे विच भगती दा ज्ञान है, ज्ञान दी भगती है, ये तादक बड़े साध संगत जी उस टाइम दे अखान सी। ते इसे तरह मुल्तान पीरां दा मुल्तान मन्निया जांदा सी। सतगुरु पातशाह जी मुल्तान गए ते मुल्तान दे विच पहला चर्चा सी पीरां दे विच कि कलयुग दे विच गुरु नानक साहब दा अवतार होया है ते वो बड़े शक्तिवान ने। उन्हां दा धर्म जिहड़ा बहुत दुनिया ते फैल रहा है, बड़े लोग उन्हां दी सिक्ख्या नूं धारण कर रहे ने। इस गल ते भी चिंता पैदा हो गई। साध संगत जदों सतगुरु पातशाह जी बाहर जाके डेरा स्थान किया ते पीरां ने अपनी भाषा विच समझाउणा चाहया कि जानी जान ने समझ जाणगे, इन्हां नाल विवाद काहनूं करना है, झगड़ा काहनूं करना है।
एक दुध का प्याला भर के सुबह ही पेश कर दिता, बाटा भर के लवा लव, जिहदे च कुछ बूंदां भी होर नहीं सी समा सकदियां दुध दियां। भाई बाला जी, भाई मरदाना जी बैठे ने ते पीर दुध लैके आए ने, सतगुरु पातशाह दी पास रख दिता। सतगुरु पातशाह ने अमृत दृष्टि उस दुध ते पाई ते गौर नाल तक के महाराज सच्चे पातशाह जी ने चमेली दा फुल बगल विचों कढ़िया, चमेली दा फुल दुध दे उत्ते तार दिता ते चुपचाप बैठ गए। ते कुछ समय बाद इशारा किया कि पीर जी लै जाओ दुध। पीर जी दुध लै गए। हुण पीर समझ गया, पर भाई बाला जी पुछदे ने, सतगुरु जी दुध छकण वास्ते नहीं सी आया? महाराज कहते नहीं भाई, ये तो एक प्रश्न लैके आए सी। महाराज साडे ते भी कृपा करो, सानू समझाओ कि की कारण है, कादे वास्ते दुध ले आए सी? महाराज जी कहते भाई बाला जी, भाई मरदाना जी, ये दुध लवालब भर के कटोरा ले आए, ਇਹਦੇ ਵਿੱਚ ਇੱਕ ਬੂੰਦ ਵੀ ਹੋਰ ਪਾਈਏ ਤੇ ਡੁੱਲ ਜਾਏਗਾ। ਇਹਨਾਂ ਦਾ ਅਰਥ ਇਹ ਸੀ ਕਿ ਸਤਿਗੁਰੂ ਜੀ ਇਹ ਜਿਹੜਾ ਮੁਲਤਾਨ ਹੈ ਇਹ ਪਹਿਲਾਂ ਹੀ ਪੀਰਾਂ ਦੇ ਨਾਲ ਇਸ ਤਰ੍ਹਾਂ ਭਰਿਆ ਹੋਇਆ ਹੈ ਜਿਵੇਂ ਇਹ ਦੁੱਧ ਦਾ ਕਟੋਰ ਭਰਿਆ ਹੋਇਆ ਹੈ। ਇਹਦੇ ਵਿੱਚ ਇੱਕ ਬੂੰਦ ਵੀ ਹੋਰ ਨਹੀਂ ਸਮਾ ਸਕਦੀ। ਤੁਹਾਡੀ ਇੱਥੇ ਲੋੜ ਨਹੀਂ, ਤੁਸੀਂ ਚਲੇ ਜਾਓ। ये तो एक बहुत बड़ा सवाल लैके आए सी ते महाराज फिर आप जी ने कोई उत्तर तो दिता नहीं। महाराज कहते उत्तर दे दिता भाई, असी चमेली का फुल तार दिता। देखो चमेली का फुल दुध के उपर तर गया, दुध डुलिया नहीं, दुध नूं खाली भी नहीं छड्डिया, दुध दे विच चमेली ने खुशबू भर दी है। असी उत्तर दे दिता है कि जिन्ने भी पीर इस मुल्तान विच वसदे ने, असी उन्हां नाल झगड़ा करन वास्ते नहीं आए, उन्हां नूं मुल्तान चों कढण वास्ते नहीं आए। असी ते इत्थे भगती दी खुशबू भरन वास्ते आए हां। जिहड़े टेढ़ियां मार्गां ते चले ने उन्हां नूं सिद्धा मार्ग दसाउण वास्ते आए हां ते असी तुहाडे तों निर्लेप रवांगे। जिवें चमेली दा फुੱਲ दुध विच डुੱਬਿਆ नहीं, असी तुहाडियां शक्तियां विच डुੱਬਣ वाले नहीं, असीं तरांगे भी उपर, रवांगे भी वखरे ते तुहानूं भाव भगती ते खुशबू तो खाली भी नहीं छड्डना। एक बहुत वड्डी सिੱਖਿਆ सी। साध संगत अगे जाके भाई गुरदास जी ने इहदा खुलासा भी कीता ते महापुरख संत बाबा करतार सिंह जी खालसा ये आम प्रचार विच सानूं दस्सिया करदे सन संगतां नूं कि भाई गुरसिखो, धन गुरु नानक साहब की सिक्खी, धन कलगीधर पातशाह का खालसा, कदे मन में ये नहीं सोचना कि अज खालसा खतरे विच है, ये कौम की होंद खतरे विच है, ये खत्म हो जाएगी, कदे भी नहीं सोचना। नहीं, ये क्योंकि ये साजी किहड़े है, ये अकाल पुरख ने आप साजी हुई है। कलगीधर पातशाह जी ने आप वचन कर दिते कि खालसा परमात्मा की मौज नाल प्रगट होया है, इनू खतरा कोई नहीं। पर इहदी चढ़दी कला दे विच जे कोई ढिक्का लग सकदा है ना, तां ओह खालसे दे अपने विचों ही लग सकदा है। जे खालसा सुचेत रहेगा तो इहनू कोई खतरा नहीं। सानू दस्सिया कि खालसा पंथ दा गुरु का सिख देश विच रवे, विदेश विच रवे, दसां नौवां दी किरत करे, पर जिथे भी जावे वो चमेली दे फुੱਲ वांग निर्लेप रवे, त्यार बरत्यार रवे। जिवें चमेली ने अपने आप नूं दुध विच भी लिबड़ नहीं ना दिता, इसे तरह किसी होर धर्म के प्रभाव थले ना जावे, ऐ निराला रवे। महाराज ने तांजे कलगीधर पातशाह जी ने होर नखेड़ा कीता ना, जबला खालसा रहे न्यारा, तब लग तेज देऊं मैं सारा। कहते खालसा रवे जिथे मर्जी, खालसा जिस धरती ते जावे उथों दे लोकां नूं दुख ना देवे, उन्हां विच भाव भगती दी शुभ गुणां दी खुशबू भरे।
ਜੇ ਇੱਕ ਵੀ ਗੁਣ ਸਾਡੇ ਵਿੱਚ ਪ੍ਰਗਟ ਹੁੰਦਾ ਨਾ ਤੇ ਦੁਨੀਆ 'ਚ ਵਾਹ ਵਾਹ ਹੁੰਦੀ ਹੈ ਵੀ ਇਹ ਧੰਨ ਗੁਰੂ ਨਾਨਕ ਦੇ ਸਿੱਖ ਹੈ, ਧੰਨ ਕਲਗੀਧਰ ਪਾਤਸ਼ਾਹ ਦਾ ਖਾਲਸਾ ਹੈ। ਆ ਪਿੱਛੇ ਜੇ ਲੋਕਡਾਊਨ ਆਇਆ ਨਾ ਤੇ ਅਸੀਂ ਇੱਕੋ ਹੀ ਗੁਣ ਸੇਵਾ ਦਾ ਧਾਰਨ ਕੀਤਾ ਸੀ ਨਾ। ਥਾਵਾਂ ਥਾਵਾਂ ਤੇ ਲੰਗਰ, ਥਾਵਾਂ ਥਾਵਾਂ ਤੇ ਸੇਵਾ। ਦੁਨੀਆ ਦੇ ਵਿੱਚ ਦੁਨੀਆ ਦੇ ਵੱਡੇ ਵੱਡੇ ਦੇਸ਼ਾਂ ਦੇ ਰਾਸ਼ਟਰਪਤੀਆਂ ਨੇ, ਪ੍ਰਧਾਨ ਮੰਤਰੀਆਂ ਨੇ ਵਾਹ ਵਾਹ ਕੀਤੀ ਕਿ ਗੁਰਸਿੱਖੋ ਧੰਨੋ ਤੁਸੀਂ, ਇੱਕ ਗੁਣ, ਸਿਰਫ ਇੱਕ ਗੁਣ ਧਾਰਨ ਕੀਤਾ। ਇਸ ਤਰ੍ਹਾਂ ਹੀ ਕਹਿੰਦੇ ਗੁਰੂ ਕਾ ਖਾਲਸਾ ਜਿੱਥੇ ਵੀ ਜਾਵੇ ਰਵੇ। ਸਾਧ ਸੰਗਤ ਜੀ, ਮੈਂ ਹੋਰ ਵੀ ਬੇਨਤੀ ਕਰਾਂ, ਅਸੀਂ ਵੱਖ-ਵੱਖ ਸਟੇਟਾਂ ਦੇ ਵਿੱਚ ਰਹਿੰਦੇ ਹਾਂ, ਵਿਚਰਦੇ ਹਾਂ। ਜਦੋਂ ਅਸੀਂ ਵਿਚਰਦੇ ਹਾਂ ਅਸੀਂ ਦੇਖਦੇ ਹਾਂ ਕਿ ਗੁਰਸਿੱਖ ਨੂੰ ਸਾਡੇ ਥਾਵਾਂ ਥਾਵਾਂ ਤੇ ਗੁਰੂ ਸਥਾਨ ਹੈ, ਗੁਰੂ ਕੀ ਸੰਗਤ ਹੁੰਦੀ ਹੈ, ਕੀਰਤਨ ਹੁੰਦਾ ਹੈ, ਕਥਾ ਹੁੰਦੀ ਹੈ, ਬੜਾ ਵੱਡਾ ਲਾਭ ਹੁੰਦਾ, ਇਹਦਾ ਬਹੁਤ ਲਾਭ ਹੁੰਦਾ। ਗੁਰਪੁਰਬ ਆਉਂਦੇ ਨੇ, ਨਗਰ ਕੀਰਤਨ ਹੁੰਦੇ ਨੇ, ਖਾਲਸਾ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਮਨ ਵਿੱਚ ਇੱਕ ਹੋਰ ਜਜ਼ਬਾ ਪੈਦਾ ਹੁੰਦਾ। ਪਰ ਸਾਧ ਸੰਗਤ ਜੀ, ਜਿੱਥੇ ਵੀ ਅਸੀਂ ਰਹਿਣਾ ਹੈ, ਕਿਸੇ ਪਾਰਟੀ ਵਿੱਚ ਰਹੀਏ, ਇੱਕ ਗੱਲ ਦਾ ਖਿਆਲ ਰੱਖ ਕੇ ਕਿ ਕਿਹੜੀ ਪਾਰਟੀ ਦੇ ਵਿੱਚ ਸਾਡਾ ਧਰਮ ਮਹਿਫੂਜ਼ ਹੈ, ਉਹਦੇ ਵਿੱਚ ਰਹਿੰਦਿਆਂ ਵੀ ਅਸੀਂ ਆਪਣੇ ਧਰਮ ਦੀ ਗੱਲ ਕਰਨੀ। ਧਰਮ ਦੀ ਗੱਲ ਤੋਂ ਕਦੇ ਸੰਕੋਚ ਨਹੀਂ ਕਰਨਾ, ਕਦੇ ਸੰਕੋਚ ਨਹੀਂ ਕਰਨਾ। ਇੰਨੇ ਚਾਪਲੂਸ ਨਹੀਂ ਬਣ ਜਾਣਾ ਕਿ ਕਿਸੇ ਪਾਰਟੀ ਵਿੱਚ ਗਏ ਤੇ ਸਾਡੇ ਧਰਮ ਦੀ ਗੱਲ ਹੁੰਦੀ ਹੋਵੇ ਤੇ ਚਾਪਲੂਸੀ ਵਿੱਚ ਹੀ ਡੁੱਬ ਜਾਈਏ। ਨਹੀਂ ਭਾਈ, ਧਰਮ ਦੀ ਗੱਲ ਕਰਦੇ ਆਂ, ਆਪਦੀ ਕੌਮ ਦੀ ਗੱਲ ਕਰਦੇ ਆਂ, ਆਪਦੇ ਨਿਆਰੇਪਣ ਦੀ ਗੱਲ ਕਰਦੇ ਆਂ, ਪੰਜਾਂ ਕਕਾਰਾਂ ਦੀ ਗੱਲ ਕਰਦੇ ਆਂ। ਨਿਝੱਕ ਹੋ ਕੇ ਆਪਣੇ ਉਸ ਸਥਾਨ ਤੇ ਸਥਿਰ ਰਹਿਣਾ ਚਾਹੀਦਾ, ਤਾਂ ਹੀ ਸਾਡੀ ਕਦਰ ਹੋਵੇਗੀ। ਜੇ ਅਸੀਂ ਗੁਰੂ ਦੀਆਂ ਬਖਸ਼ੀਆਂ ਦਾਤਾਂ ਦਾ ਸਤਿਕਾਰ ਕਰਾਂਗੇ, ਕਦਰ ਕਰਾਂਗੇ, ਤਾਂ ਹੀ ਭਾਈ ਸਾਡੀ ਦੁਨੀਆ 'ਚ ਕਦਰ ਹੋਵੇਗੀ। ਤੇ ਜੇ ਅਸੀਂ ਨਿੱਜ ਸਵਾਰਥਾਂ ਵਾਸਤੇ ਆਪਣੇ ਆਪ ਦੀ ਹੋਂਦ ਬਚਾਉਣ ਲੱਗ ਪਵੇ ਤੇ ਅਸੀਂ ਅਸਲੀਅਤ ਨੂੰ ਭੁੱਲ ਗਏ, ਜਿਹਦੇ ਕਰਕੇ ਸਾਡੀ ਹੋਂਦ ਹੈ, ਜਿਨ੍ਹਾਂ ਪੰਜਾਂ ਕਕਾਰਾਂ ਕਰਕੇ ਸਾਨੂੰ ਦੁਨੀਆ ਦੇ ਵਿੱਚ ਸਾਡੀ ਪਹਿਚਾਣ ਹੈ, ਅਸੀਂ ਉਹ ਤੋਂ ਪਿਛਾਂਹ ਹਟ ਗਏ ਜਾਂ ਉਹਦੀ ਰੱਖਿਆ ਕਰਨ ਤੋਂ, ਉਹਦੀ ਵਿਆਖਿਆ ਕਰਨ ਤੋਂ ਪਿੱਛੇ ਹਟ ਗਏ, ਤੇ ਫਿਰ ਸਾਡੀ ਕਦਰ ਰਵੇਗੀ ਨਹੀਂ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਹੁਤ ਵੱਡਮੁੱਲੇ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਣ ਬਖਸ਼ੇ ਆ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਭਾਈ ਇਹ ਜਿਹਦੇ ਤੇ ਕਿਰਪਾ ਕਰਦਾ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ, ਜਿਹਦੇ ਤੇ ਆਪ ਮਿਹਰ ਕਰਦਾ ਹੈ, ਉਹਨੂੰ ਭਾਉ ਭਗਤੀ ਦਾ ਦਾਨ ਬਖਸ਼ਦਾ ਹੈ, ਉਹਨੂੰ ਪ੍ਰਮਾਤਮਾ ਦੀ ਬੰਦਗੀ ਦਾ ਸਿਮਰਨ ਦਾ ਚਾਅ ਬਖਸ਼ਦਾ ਹੈ। ਇਹ ਕਿਰਪਾ ਉਸ ਮਾਲਕ ਦੀ ਆਪ ਦੀ ਹੁੰਦੀ ਹੈ। ਮੁਖ ਗੁਰਮੁਖ ਨਾਮ ਧਿਆਏ ਸੀ। ਦੇਖੋ, ਗੁਰਮੁਖਤਾਈ ਤੇ ਮਨਮੁਖਤਾਈ ਦਾ ਝਗੜਾ ਹੈ। ਕਹਿੰਦੇ ਭਾਈ ਮੁਖ ਗੁਰਮੁਖ, ਕਹਿੰਦੇ ਆਪਦੇ ਮੁਖ ਤੋਂ ਤੇ ਗੁਰਮੁਖ ਬਣ ਕੇ, ਗੁਰੂ ਨੂੰ ਮੁਖ ਮੰਨ ਕੇ, ਗੁਰੂ ਨੂੰ ਮੁਖੀ ਮੰਨ ਕੇ, ਗੁਰੂ ਦੇ ਸਨਮੁਖ ਰਹਿ ਕੇ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਸਤਿਗੁਰੂ ਪਾਤਸ਼ਾਹ ਜੀ ਦਾ ਬਚਨ ਮੰਨ ਕੇ, ਸਾਰੂ ਦੇ ਸਨਮੁਖ ਰਹਿ ਕੇ, ਕਹਿੰਦੇ ਭਾਈ ਜੀ ਦੇ ਤੇ ਸਤਿਗੁਰੂ ਕਿਰਪਾ ਕਰਦਾ ਨਾ। ਪਹਿਲਾਂ ਤਾਂ ਕਹਿੰਦੇ ਗੁਰੂ ਮਿਲਦਾ ਹੀ ਉਹਨੂੰ ਹੈ ਜਿਹਦੇ ਤੇ ਗੁਰੂ ਦੀ ਕਿਰਪਾ ਹੁੰਦੀ ਹੈ। ਭਾਈ ਖੰਡੇ ਬਾਟੇ ਦਾ ਅੰਮ੍ਰਿਤ ਉਹ ਹੀ ਛਕੇਗਾ ਨਾ। ਇੱਥੋਂ ਦੇਖੋ ਸਿੰਘ ਸਾਹਿਬ ਹੁਣੀ ਵੀ ਜਾਂ ਹੋਰ ਪ੍ਰਚਾਰਕ ਵੀ ਪ੍ਰਚਾਰ ਕਰਦੇ ਹਨ, ਭਾਈ ਫਲਾਣੇ ਦਿਨ ਨੂੰ ਅੰਮ੍ਰਿਤ ਸੰਚਾਰ ਹੋਣਾ, ਜਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜਾਂ ਤਖਤਾਂ ਤੇ ਹੀ ਅੰਮ੍ਰਿਤ ਸੰਚਾਰ ਹੁੰਦਾ ਹੈ। ਵੱਖ-ਵੱਖ ਸੰਪਰਦਾਵਾਂ ਦੇ ਵਿੱਚ ਅੰਮ੍ਰਿਤ ਸੰਚਾਰ ਹੁੰਦਾ ਹੈ। ਅੰਮ੍ਰਿਤ ਇੱਕੋ ਹੀ ਹੈ ਨਾ, ਜਿਹੜਾ ਪੰਜਾਂ ਬਾਣੀਆਂ ਦਾ ਪਾਠ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਬਰਤਿਆਰ ਪੰਜ ਸਿੰਘ ਤਿਆਰ ਕਰਦੇ, ਅੰਮ੍ਰਿਤ ਤਾਂ ਉਹੀ ਹੈ। ਪਰ ਭਾਗਾਂ ਵਾਲੇ ਛਕਦੇ ਆ ਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹਦੇ ਤੇ ਕਿਰਪਾ ਹੁੰਦੀ ਗੁਰੂ ਦੀ, ਉਹ ਗੁਰੂ ਨੂੰ ਮਿਲਦਾ ਹੈ, ਗੁਰੂ ਦਾ ਮਿਲਾਪ ਉਹਦੇ ਨਾਲ ਹੁੰਦਾ ਹੈ। ਤੇ ਇਹ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੁਗਤ ਦੱਸੀ ਕਿ ਗੁਰਸਿੱਖਾ ਤੂੰ ਗੁਰੂ ਕਿਵੇਂ ਧਾਰਨ ਕਰਨਾ। ਕਿਉਂਕਿ ਇੱਥੇ ਲੋਕਾਂ ਦੇ ਵਿੱਚ ਚਰਚਾ ਸੀ ਕਿ ਤੂੰ ਮੇਰੇ ਕੋਲੇ ਕੰਨ ਕਰ, ਮੈਂ ਤੇਰੇ ਕੰਨ ਦੇਵਾਂਗਾ ਮੰਤਰ ਤੇ ਕੰਨਾ ਮੰਤਾ ਗੁਰੂ, ਤੂੰ ਮੇਰਾ ਚੇਲਾ ਮੈਂ ਤੇਰਾ ਗੁਰੂ। ਕਹਿੰਦੇ ਇਹ ਨਹੀਂ, ਤੂੰ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਆ। ਇੱਥੇ ਪੰਜ ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣਗੇ ਤੇ ਤੈਨੂੰ ਗੱਜ ਕੇ ਕਹਿਣਗੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਤੈਨੂੰ ਹੁਕਮ ਕਰ ਦੇਣਾ ਕਿ ਖਾਲਸਾ ਜੀ ਅੱਜ ਤੋਂ ਤੁਹਾਡਾ ਗੁਰੂ ਧੰਨ ਕਲਗੀਧਰ ਪਾਤਸ਼ਾਹ ਦੀ ਕਿਰਪਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹੈ।
ਹੋਰ ਕੋਈ ਬੰਦਾ ਗੁਰੂ ਨਹੀਂ। ਇਉਂ ਗੁਰੂ ਧਾਰਨ ਕਰਨਾ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ। ਕਹਿੰਦੇ ਜਿਹਦੇ ਤੇ ਗੁਰੂ ਕਿਰਪਾ ਕਰਦਾ ਹੈ ਤੇ ਉਹ ਗੁਰੂ ਨੂੰ ਧਾਰਨ ਕਰ ਸਕਦਾ ਹੈ, ਗੁਰੂ ਉਹਨੂੰ ਮਿਲਦਾ ਹੈ। ਉਹ ਭਾਈ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋ ਕੇ ਫਿਰ ਭਾਈ ਗੁਰੂ ਨਾਲ ਮਿਲਾਪ ਕਰਦਾ ਤੇ ਫਿਰ ਮੁਖ ਦੇ ਵਿੱਚੋਂ ਉਹ ਗੁਰਮੁਖਤਾਈ ਧਾਰ ਕੇ ਅੰਮ੍ਰਿਤ ਵੇਲੇ ਉੱਠਦਾ ਹੈ, ਗੁਰਸਿੱਖਾਂ ਵਾਲੀ ਰਹਿਣੀ ਧਾਰਨ ਕਰ ਲੈਂਦਾ ਹੈ ਤੇ ਫਿਰ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ 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 ਦਾ ਸਿਮਰਨ ਕਰਦਾ ਹੈ, ਮੁਖ ਵਿੱਚੋਂ ਆਰਾਧਨਾ ਕਰਦਾ ਹੈ ਪ੍ਰਮਾਤਮਾ ਦੇ ਨਾਮ ਦੇ। ਸੋ ਕਰੇ ਜੇ ਸਤਿਗੁਰ ਭਾਵ ਸੀ। ਫਿਰ ਕਹਿੰਦੇ ਭਾਈ ਹੰਕਾਰ ਨਹੀਂ ਕਰਦਾ ਕਿ ਮੈਂ ਕਰਦਾ, ਕਹਿੰਦਾ ਸੋ ਕਰੇ ਜੋ ਸਤਿਗੁਰ ਭਾਵ ਸੀ। ਕਹਿੰਦੇ ਫਿਰ ਕਰਦਾ ਕਾਰਜ ਕਰਕੇ ਇਹਨਾਂ ਸਿਮਰਨ ਕਰਦਿਆਂ ਭਾਉ ਭਗਤੀ ਕਰਦਿਆਂ ਪ੍ਰਾਪਤੀਆਂ ਕਰਕੇ ਵੀ ਕਾਰਜ ਜੋ ਕਰਦਾ ਹੈ ਜਿਹੜਾ ਸਤਿਗੁਰੂ ਨੂੰ ਭਾਉਂਦਾ ਹੈ। ਗੁਰ ਕਹਿਆ ਸਾ ਕਾਰ ਕਮਾਵੋ। ਸੋ ਕਹਿੰਦੇ ਕਾਰ ਕਰਦਾ ਹੈ ਜਿਹੜਾ ਗੁਰੂ ਨੂੰ ਭਾਉਂਦੀ ਹੈ ਤੇ ਗੁਰੂ ਉਹ ਕਾਰ ਕਰਾਉਂਦਾ ਗੁਰਸਿੱਖ ਤੋਂ ਭਾਵਨੀ ਵਾਲੇ ਤੋਂ, ਜਿਹੜੀ ਸਤਿਗੁਰੂ ਨੂੰ ਭਾਉਂਦੀ ਹੈ ਕਾਰ ਕਰਾਉਂਦਾ ਹੀ ਉਹ ਹੈ। ਇਸ ਵਾਸਤੇ ਉਹ ਨਿਰਭਉ ਹੋ ਜਾਂਦਾ ਹੈ ਕਿਉਂਕਿ ਗੁਰਸਿੱਖਾਂ ਅੰਦਰ ਸਤਿਗੁਰ ਵਰਤਾ ਹੈ, ਗੁਰੂ ਕੇ ਅੰਦਰ ਗੁਰੂ ਕੇ ਸਿੱਖਾਂ ਦੇ ਅੰਦਰ ਸਤਿਗੁਰੂ ਆਪ ਵਰਤਦਾ। ਫਿਰ ਉਹੀ ਕਾਰ ਕਰਾਉਂਦਾ ਜੋ ਉਹਨੂੰ ਭਾਉਂਦੀ ਹੈ ਤੇ ਉਹੀ ਕਾਰ ਗੁਰੂ ਕੇ ਸਿੱਖ ਭਾਉ ਭਾਵਨੀ ਵਿੱਚ ਕਰਦੇ ਨੇ ਜਿਹੜੀ ਸਤਿਗੁਰੂ ਦੀ ਮਰਜ਼ਾਦਾ ਅਨੁਸਾਰ ਹੋਵੇ। ਗੁਰ ਪੂਰਾ ਘਰੀ ਵਸਾਏ ਸੀ। ਇਹ ਪੂਰਾ ਗੁਰੂ ਹੀ ਹੈ ਭਾਈ, ਅਧੂਰੇ ਗੁਰੂ ਘਰਾਂ 'ਚ ਨਹੀਂ ਵਸਾ ਸਕਦੇ। ਸਾਧ ਸੰਗਤ ਜੀ ਪ੍ਰਤੱਖ ਘਰ ਵੀ ਉਜਾੜ ਦਿੰਦੇ ਨੇ ਅਧੂਰੇ ਗੁਰੂ ਤਾਂ, ਪਰ ਇੱਥੇ ਨਿਜ ਘਰ ਦੀ ਗੱਲ ਕੀਤੀ ਮਹਾਰਾਜ ਨੇ ਕਿ ਜੋ ਸਰੂਪ ਸਾਡਾ ਸਰੂਪ ਰੂਪ ਘਰ ਹੈ, ਨਿਜ ਸਰੂਪ ਹੈ, ਹਿਰਦਾ ਰੂਪ ਘਰ ਹੈ, ਉਸ ਘਰ ਦੇ ਵਿੱਚ ਅਸਵਾ ਸੱਚਖੰਡ ਸਰੂਪ ਵਿੱਚ ਆਪ ਸਮੇਲ ਕਰ ਦਿੰਦਾ, ਆਪ ਅਭੇਦ ਕਰ ਲੈਂਦਾ, ਆਪ ਉਹਦੇ ਵਿੱਚ ਵਾਸਾ ਕਰਾ ਦਿੰਦਾ। ਇਹ ਕੌਣ ਕਰਾ ਸਕਦਾ ਹੈ? ਪੂਰਾ ਪ੍ਰਭ ਰਾਧਿਆ ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਜੇ ਪੂਰੇ ਦੇ ਗੁਣ ਗਾਵਾਂਗੇ ਨਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਆਪ ਨਿਜ ਘਰ ਦੇ ਵਿੱਚ ਵਾਸਾ ਕਰਾ ਲੈਂਦਾ ਹੈ। ਜਿਨ ਅੰਦਰ ਨਾਮ ਨਿਧਾਨ ਹੈ। ਸਤਿਗੁਰੂ ਜੀ ਕਿਹਦਾ ਵਾਸਾ ਕਰਾ ਲੈਂਦਾ? ਉਹ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਕਹਿੰਦੇ ਜਿਨ੍ਹਾਂ ਦੇ ਅੰਦਰ ਨਾਮ ਦਾ ਖਜ਼ਾਨਾ ਹੈ, ਭਾਵੇਂ ਧਨ ਦੇ ਖਜ਼ਾਨੇ ਹੋਣ, ਦੌਲਤ ਦੇ ਖਜ਼ਾਨੇ ਹੋਣ, ਜ਼ਮੀਨ ਜਾਇਦਾਦ ਮਿਲਖਾਂ ਦੇ ਖਜ਼ਾਨੇ ਹੋਣ, ਪਰ ਇਹ ਇੱਕ ਵੱਖਰੇ ਖਜ਼ਾਨੇ ਨੇ। ਜਿਹੜਾ ਅਸਲ ਖਜ਼ਾਨਾ ਕਹਿੰਦੇ ਉਹ ਨਾਮ ਦਾ ਖਜ਼ਾਨਾ ਹੈ। ਇਸ ਵਾਸਤੇ ਭਾਈ ਮਹਾਰਾਜ ਜੀ ਕਹਿੰਦੇ ਜਿਹਦੇ ਅੰਦਰ ਪ੍ਰਮਾਤਮਾ ਦੇ ਨਾਮ ਦਾ ਖਜ਼ਾਨਾ ਲਬਾਲਬ ਭਰਿਆ ਹੋਇਆ ਹੈ ਉਹਨਾਂ ਦੇ ਉੱਪਰ ਸਤਿਗੁਰੂ ਦੀ ਕਿਰਪਾ ਹੁੰਦੀ ਹੈ। ਇਨ ਕਾ ਭਉ ਸਭ ਗਵਾਏ ਸੀ। ਜਿਨ੍ਹਾਂ ਦੇ ਅੰਦਰ ਨਾਮ ਦਾ ਖਜ਼ਾਨਾ ਨਾ, ਕਹਿੰਦੇ ਭਾਈ ਉਹਨਾਂ ਦਾ ਪ੍ਰਤੱਖ ਵੀ 7 ਪ੍ਰਕਾਰ ਦਾ ਭਉ ਜਿਹੜਾ ਹੈ ਉਹ ਖਤਮ ਕਰ ਦਿੰਦਾ ਹੈ। ਉਹਨਾਂ ਦਾ ਜੰਮਣ ਮਰਨ ਦਾ ਭਉ ਖਤਮ ਕਰ ਦਿੰਦਾ ਹੈ। ਉਹਨਾਂ ਦਾ ਕਿਸੇ ਵੀ ਕਿਸਮ ਦਾ ਕਿਸੇ ਦੁਸ਼ਮਣਤਾਈ ਦਾ ਡਰ ਨਹੀਂ ਰਹਿੰਦਾ ਮਨ ਦੇ ਵਿੱਚੋਂ, ਕਿਉਂਕਿ ਉਹਨਾਂ ਦਾ ਜੋ ਵਾਹਿਗੁਰੂ ਦਾ ਭਜਨ ਕਰਦਿਆਂ ਕਰਦਿਆਂ ਸਿਮਰਨ ਕਰਦਿਆਂ ਕਰਦਿਆਂ ਨਿਰਭਉ ਜਪੈ ਸਗਲ ਭਉ ਮਿਟੈ, ਸਾਰੇ ਭਉ ਖਤਮ ਕਰ ਦਿੰਦਾ ਅਕਾਲ ਪੁਰਖ ਵਾਹਿਗੁਰੂ। ਜਿਨ ਰੱਖਣ ਕਉ ਹਰ ਆਪ ਹੋਏ। ਜਿਹਦਾ ਰਖਵਾਲਾ ਭਾਈ ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜਿਹਦੀ ਰੱਖਿਆ ਕਰਨ, ਜਿਹਦੀ ਆਪ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਲਣਾ ਕਰਨ, ਕਿਉਂਕਿ ਦੁਨੀਆ ਦੇ ਉੱਪਰ ਬੰਦਾ ਡਰ ਦੇ ਕਾਰਨ ਪਹਿਰੇਦਾਰ ਰੱਖਦਾ, ਕਿਲੇ ਬਣਾਉਂਦਾ ਹੈ, ਫੌਜ ਰੱਖਦਾ ਹੈ ਕਿ ਮੈਂ ਆਪਦੀ ਰੱਖਿਆ ਕਰਨੀ ਹੈ, ਆਪਦੇ ਦੇਸ਼ ਦੀ ਰੱਖਿਆ ਕਰਨੀ ਹੈ। ਪਰ ਜਿਹੜਾ ਸਾਰੀ ਦੁਨੀਆ ਦਾ ਮਾਲਕ ਹੈ, ਸਾਰੇ ਬ੍ਰਹਮੰਡਾਂ ਦਾ ਮਾਲਕ ਹੈ, ਤੇ ਜਿਹਦਾ ਰਖਵਾਲਾ ਹੀ ਉਹ ਬਣ ਜਾਵੇ, ਮੇਰਾ ਸਤਿਗੁਰੂ ਰਖਵਾਲਾ ਹੋਆ ਭਾਈ, ਜਿਹਦਾ ਰਖਵਾਲਾ ਹੀ ਆਪ ਬਣ ਜਾਵੇ। ਜਿਸਕਾ ਸਾਹਿਬ ਡਾਢਾ ਹੋਏ ਤਿਸਕੋ ਮਾਰ ਨਾ ਸਕੈ ਕੋਏ। ਕਹਿੰਦੇ ਭਾਈ ਜਿਹਦਾ ਰਖਵਾਲਾ ਆਪ ਅਕਾਲ ਪੁਰਖ ਵਾਹਿਗੁਰੂ ਆਪ ਜਿਹਦੀ ਰੱਖਿਆ ਕਰੇ। ਹੋਰ ਕੀਤੀ ਝੱਖ ਝੱਖ ਜਾਏ ਸੀ। ਇਹ ਰੱਖਿਆ ਕਰੇ ਭਾਈ ਇੱਜ਼ਤ ਦੀ, ਜਿਹਦੀ ਰੱਖਿਆ ਕਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਧਨ ਦੀ, ਤਨ ਦੀ, ਮਨ ਦੀ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹਦੀ ਸੋਭਾ ਵਡਿਆਈ ਆਪ ਬਖਸ਼ ਕੇ ਤੇ ਫਿਰ ਉਹ ਸੋਭਾ ਵਡਿਆਈ ਦੀ ਵੀ ਰੱਖਿਆ ਕਰੇ ਤੇ ਫਿਰ ਕਿੰਨੀਆਂ ਹੀ ਕੋਈ ਝੱਖਾਂ ਮਾਰ ਲਵੇ
ਉਹਦੀ ਵਡਿਆਈ ਵਿੱਚ ਫਰਕ ਨਹੀਂ ਪਾ ਸਕਦੇ, ਉਹਨੂੰ ਕੋਈ ਆਂਚ ਨਹੀਂ ਦੇ ਸਕਦੇ। ਜਿੰਨੀਆਂ ਮਰਜ਼ੀ ਕੋਈ ਝੱਖਾ ਮਾਹੌਰ ਕੀਤੀ ਝੱਕ ਜਾਏ ਸੀ, ਮਹਾਰਾਜ ਕਹਿੰਦੇ ਕਿੰਨੇ ਹੀ ਝੱਖਾ ਮਾਰ ਲੈਣ ਉਹਦਾ ਕੱਖ ਨਹੀਂ ਵਿਗਾੜ ਸਕਦੇ। ਵੱਡੀਆਂ ਵੱਡੀਆਂ ਸਰਕਾਰਾਂ ਜ਼ੋਰ ਲਾ ਲੈਣ, ਵੱਡੀਆਂ ਵੱਡੀਆਂ ਏਜੰਸੀਆਂ ਜ਼ੋਰ ਲਾ ਲੈਣ, ਜਿਹੜੇ ਪ੍ਰਭੂ ਭਗਤ ਹੁੰਦੇ ਹਨ ਉਹ ਭਗਤੀ ਦੇ ਵਿੱਚ ਨਿਪੁੰਨ ਹੋ ਜਾਣ ਤਾਂ ਫਿਰ ਭਾਈ ਉਹਨਾਂ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਬਾਣੀ ਵਿੱਚ ਫਰਮਾਉਂਦੇ ਨੇ, ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ। ਫਿਰ ਭਾਈ ਉਹਨਾਂ ਦੀਆਂ ਜਿੰਨੀਆਂ ਮਰਜ਼ੀ ਕੋਈ ਝਖਾ ਮਾਰ ਲਵੇ, ਨਿੰਦਿਆ ਕਰ ਲਵੇ, ਜਿੰਨੇ ਮਰਜ਼ੀ ਔਗਣ ਕੱਢ ਕੇ ਦੱਸਣੇ ਸ਼ੁਰੂ ਕਰ ਦੇਵੇ, ਪਰ ਨਹੀਂ, ਉਹਨਾਂ ਦਾ ਨਹੀਂ ਕੁਝ ਵਿਗਾੜ ਸਕਦਾ ਜਿਨ੍ਹਾਂ ਦੇ ਅੰਦਰ ਆਪ ਪ੍ਰਮਾਤਮਾ ਰਖਵਾਲਾ ਬਣ ਕੇ ਰੱਖਿਆ ਕਰਦਾ ਹੈ। ਜਨ ਨਾਨਕ ਨਾਮ ਧਿਆਏ ਤੂੰ। ਇਸ ਕਰਕੇ ਹੈ ਗੁਰਮੁਖ ਪਿਆਰੇ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜੇ ਤੂੰ ਚਾਹਣਾ ਹੈ ਕਿ ਮੇਰੇ ਵਿੱਚੋਂ ਮਨਮੁਖਤਾਈ ਨਿਕਲ ਜਾਏ ਤੇ ਫਿਰ ਮੁਖ ਦੇ ਵਿੱਚੋਂ ਪ੍ਰਮਾਤਮਾ ਦੇ ਨਾਮ ਨੂੰ ਧਿਆਉਣਾ ਕਰ। ਹਰ ਹਾਲਤ ਪਾਲਤ ਛੋੜਾਏ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਹੋਰ ਵੀ ਕਿਰਪਾ ਹੋਵੇਗੀ। ਮਹਾਰਾਜ ਕਹਿੰਦੇ ਹਾਂ ਭਾਈ, ਉਹ ਪ੍ਰਮਾਤਮਾ ਹਰ ਜਗ੍ਹਾ ਵਿਆਪਕ ਹੈ, ਹਰ ਹਾਲਤ ਪਾਲਤ ਛੁਡਾਏ ਸੀ। ਜਿਹੜਾ ਹੈ ਹੀ ਹਰੀ ਪ੍ਰਮਾਤਮਾ, ਜਿਹੜਾ ਸੁੱਕੇ ਹੋਏ ਮਨਾਂ ਨੂੰ ਹਰੇ ਭਰੇ ਕਰ ਸਕਦਾ, ਉਹਦੇ ਵਿੱਚ ਸ਼ਕਤੀ ਹੈ। ਜਿਹੜਾ ਹਰ ਜਗ੍ਹਾ ਤੇ ਵਿਆਪਕ ਹੈ ਤੇ ਉਹ ਹਲਤ ਇਸ ਲੋਕ ਵਿੱਚ ਵੀ ਤੇ ਪਲਤ ਪ੍ਰਲੋਕ ਵਿੱਚ ਵੀ। ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਬਖਸ਼ ਦਿੰਦਾ ਹੈ। ਇਸ ਕਰਕੇ ਭਾਈ ਉਹ ਇਸ ਲੋਕ ਵਿੱਚ ਵੀ ਜਿੰਨੇ ਮਰਜ਼ੀ ਕੋਈ ਯਤਨ ਕਰੇ ਉਹਨਾਂ ਨੂੰ ਦੁੱਖ ਦੇਣ ਦੀ, ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਵੀ ਉਹਨਾਂ ਨੂੰ ਆਪ ਬਚਾਉਂਦਾ ਹੈ ਤੇ ਪ੍ਰਲੋਕ ਵਿੱਚ ਜਮਾਂ ਦੀ ਮਾਰ ਤੋਂ ਵੀ ਆਪ ਬਚਾ ਕੇ ਆਪਣੇ ਵਿੱਚ ਭੇਦ ਕਰਕੇ ਉਹਨਾਂ ਦੀ ਰੱਖਿਆ ਕਰਦਾ ਹੈ। ਮਹੱਲਾ ਚੌਥਾ। ਚੌਥੇ ਪਾਤਸ਼ਾਹ ਜੀ ਹੋਰ ਅੱਗੇ ਕਿਰਪਾ ਕਰ ਰਹੇ ਹਨ। ਗੁਰ ਸਿੱਖਾਂ ਕੈ ਮਨ ਭਾਵ ਦੀ। ਇਸ ਕਰਕੇ ਜਦੋਂ ਮਹਾਰਾਜ ਨੇ ਇਹ ਉਪਦੇਸ਼ ਬਖਸ਼ਿਸ਼ ਕੀਤਾ ਨਾ ਕਿ ਭਾਈ ਜੇ ਗੁਰਮੁਖਤਾਈ ਧਾਰਨ ਕਰਨੀ ਹੈ, ਮਨਮੁਖਤਾਈ ਦਾ ਤਿਆਗ ਕਰਨਾ ਹੈ, ਤੇ ਫਿਰ ਸਤਿਗੁਰੂ ਪਾਤਸ਼ਾਹ ਦੇ ਨਾਮ ਦੀ ਮਹਿਮਾ ਨੂੰ ਮਨ ਵਿੱਚ ਧਾਰਨ ਕਰ ਤੇ ਹਰੀ ਪਰਮੇਸ਼ਰ ਦਾ ਸਿਮਰਨ ਕਰਿਆ ਕਰ। ਤੇ ਜਦੋਂ ਇਹ ਸਿੱਖਿਆ ਧਾਰਨ ਕਰ ਲਈ, ਫਿਰ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਉਹਨਾਂ ਗੁਰਮੁਖਾਂ ਦਾ, ਉਹਨਾਂ ਗੁਰਸਿੱਖਾਂ ਦਾ ਜਿਹੜੀ ਮਾਨਸਿਕ ਅਵਸਥਾ ਹੈ ਉਹ ਕੀ ਬਣ ਜਾਂਦੀ ਹੈ। ਕਹਿੰਦੇ ਭਾਈ ਫਿਰ ਗੁਰੂ ਕੇ ਸਿੱਖਾਂ ਦੇ ਅੰਦਰ ਕੀ ਭਾਉਂਦਾ ਹੈ। ਕਹਿੰਦਾ ਉਹਨਾਂ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਚੰਗੀ ਲੱਗਣ ਲੱਗ ਪੈਂਦੀ ਹੈ। ਗੁਰ ਸਤਿਗੁਰ ਕੀ ਵਡਿਆਈ। ਉਹਨਾਂ ਨੂੰ ਹੋਰ ਕਿਸੇ ਦੀ ਵਡਿਆਈ ਨਹੀਂ ਭਾਉਂਦੀ। ਜੇ ਐਵੇਂ ਹੀ ਕੋਈ ਝਖਾ ਮਾਰ ਕੇ ਕਿਸੇ ਬੰਦੇ ਦੀਆਂ ਵਡਿਆਈਆਂ ਝੂਠੀਆਂ ਕਰੀ ਜਾਵੇ, ਹੁਣ ਤੌਗਣ ਤੇ ਕਹਿਣ ਜੀ ਇਹ ਬੜਾ ਵੱਡਾ ਧਰਮਾਤਮਾ ਹੈ, ਬੜਾ ਵੱਡਾ ਦਰਵੇਸ਼ ਹੈ, ਉਹ ਫਿਰ ਜਿਹੜੇ ਗੁਰਸਿੱਖ ਹੈ ਨਾ ਉਹ ਖਿੱਚਦੇ ਐ ਇਸ ਗੱਲ ਤੋਂ ਵੀ ਨਹੀਂ ਇਹ ਝੂਠੀਆਂ ਹੀ ਗੱਲਾਂ ਕਰੀ ਜਾਂਦਾ, ਦੱਸੋ ਕੀ ਲਾਭ ਹੈ ਇਹਨੂੰ। ਕਈ ਵਾਰ ਤਾਂ ਸੰਗਤ ਵਿੱਚ ਬੈਠ ਕੇ, ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਵੀ ਇਹੋ ਜਿਹੀਆਂ ਝੂਠੀਆਂ ਵਡਿਆਈਆਂ ਕਰੀ ਜਾਣੀਆਂ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹਨਾਂ ਨੂੰ ਫਿਰ ਵਡਿਆਈ ਭਾਉਂਦੀ ਹੈ। ਕਿਹਦੀ ਵਡਿਆਈ ਭਾਉਂਦੀ ਹੈ? ਗੁਰ ਸਤਿਗੁਰ ਕੀ ਵਡਿਆਈ। ਵੱਡੇ ਕੀਆਂ ਵਡਿਆਈਆਂ ਕਿਸ ਕਹਿਣਾ ਕਹਿ ਨਾ ਜਾਈ, ਉਹਨਾਂ ਦੀ ਵਡਿਆਈ ਭਾਉਂਦੀ ਹੈ। ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ, ਧੰਨ ਗੁਰੂ ਨਾਨਕ ਸਾਹਿਬ ਦੀ ਵਡਿਆਈ, ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੀ ਵਡਿਆਈ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਉਹਨਾਂ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਹਮੇਸ਼ਾ ਵਾਸਤੇ ਮਨ ਵਿੱਚ ਚੰਗੀ ਲੱਗਦੀ ਹੈ। ਹਰ ਰਾਖੋ ਪੈਜ ਸਤਿਗੁਰੂ ਕੀ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਉਹਨਾਂ ਨੂੰ ਉਹਨਾਂ ਦੀ ਵਡਿਆਈ, ਸਤਿਗੁਰੂ ਦੀ ਵਡਿਆਈ ਕਿਉਂ ਚੰਗੀ ਲੱਗਦੀ ਹੈ। ਹਰ ਰਾਖੋ ਪੈਜ ਸਤਿਗੁਰੂ ਕੀ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਉਹਨਾਂ ਦਾ ਸਰੂਪ ਹੀ ਹੋਣ ਕਾਰਨ ਆਪ ਪੈਜ ਰੱਖਦਾ ਹੈ, ਮੁਖ ਚੋਂ ਬਚਨ ਨਿਕਲਿਆ ਹੋਇਆ ਪੂਰਾ ਕਰ ਦਿੰਦਾ ਹੈ। ਸੋ ਐਸੀ ਸ਼ਕਤੀ ਬਖਸ਼ਦਾ ਹੈ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਬਚਨ ਕਰਦੇ ਨੇ, ਜੋ ਚਾਹੁੰਦੇ ਨੇ, ਜੋ ਭਾਉਂਦਾ ਉਹਨਾਂ ਨੂੰ ਉਹ ਸੰਪੂਰਨ ਕਰ ਦਿੰਦੇ ਨੇ। ਕਿਉਂਕਿ ਅਕਾਲ ਪੁਰਖ ਆਪ ਹੀ ਹੈ। ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਸ ਕਰਕੇ ਜਿਹੜਾ ਹਰੀ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ
ਉਹ ਸਤਿਗੁਰੂ ਦੀ ਪੈਜ ਵੀ ਆਪ ਰੱਖਦਾ ਹੈ, ਉਹ ਆਪ ਹੀ ਉਹਦੇ ਵਿੱਚ ਵਰਤਦਾ ਹੈ। ਨਿਤ ਚੜ੍ਹੈ ਸਵਾਈ ਬਲਕਿ ਨਿਤਾ ਪ੍ਰਤੀ ਦੂਣ ਸਵਾਈ, ਉਹਨਾਂ ਦੀ ਸ਼ੋਭਾ ਵਡਿਆਈ ਨਿਤਾ ਪ੍ਰਤੀ ਵੱਧਦੀ ਜਾਣੀ ਹੈ, ਘਟਦੀ ਨਹੀਂ। ਦੂਣ ਸਵਾਈ ਚੜ੍ਹਦੀ ਤੋਂ ਚੜ੍ਹਦੀ ਰਹੇਗੀ। ਗੁਰ ਸਤਿਗੁਰ ਕੈ ਮਨ ਪਾਰ ਬ੍ਰਹਮ ਹੈ। ਕਿਉਂਕਿ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਨਾ ਕਿ ਆਪ ਅਕਾਲ ਪੁਰਖ ਹਰੀ ਵਾਹਿਗੁਰੂ ਸਤਿਗੁਰੂ ਦੀ ਪੈਜ ਰੱਖਦਾ ਹੈ। ਕਿਵੇਂ ਰੱਖਦਾ ਹੈ? ਤੇ ਹੁਣ ਸੱਚੇ ਪਾਤਸ਼ਾਹ ਜੀ ਉਹਦਾ ਖੁਲਾਸਾ ਕਰਦੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਗੁਰ ਸਤਿਗੁਰ ਦੀ ਅਕਾਲ ਪੁਰਖ ਆਪ ਸਤਿਗੁਰੂ ਦੇ ਵਿੱਚ ਵਰਤਦਾ ਹੈ, ਆਪ ਹੀ ਇੱਕੋ ਸਰੂਪ ਹੈ। ਇਸ ਕਰਕੇ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ। ਗੁਰੂ ਤੇ ਅਕਾਲ ਪੁਰਖ ਐਸੇ ਅਭੇਦ ਹੋਏ ਵੇ ਨੇ। ਤਾਂਜੇ ਭਾਈ ਅਸੀਂ ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10 ਪਾਤਸ਼ਾਹੀਆਂ ਦੇ ਸਰੂਪ ਤੱਕ, ਧੰਨ ਗੁਰੂ ਗ੍ਰੰਥ ਸਾਹਿਬ ਜੀ ਤੱਕ ਇਹ ਕੀ ਸਰੂਪ ਸਮਝਦੇ ਹਨ? ਇਸੇ ਕਰਕੇ ਹੈ ਕਿਉਂਕਿ ਇਹ ਅਕਾਲ ਪੁਰਖ ਦੀ ਜੋਤ ਪ੍ਰਗਟ ਹੋਈ ਵੀ ਹੈ। ਸੋ ਸਤਿਗੁਰੂ ਜੀ ਫਰਮਾਉਂਦੇ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿ ਗੁਰੂ ਕੇ ਸਿੱਖੋ, ਇਹਦੇ ਵਿੱਚ ਕੋਈ ਫਰਕ ਨਹੀਂ ਸਮਝਣਾ, ਕਿਉਂਕਿ ਇਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਆਪ ਵਰਤ ਰਿਹਾ ਹੈ। ਭਾਵੇਂ ਨਿਰਗੁਣ ਸਰੂਪ ਵਿੱਚ ਆ ਕੇ ਤੇ ਸਰਗੁਣ ਸਰੂਪ ਵਿੱਚ ਆ ਗਿਆ, ਤੇ ਉਹ ਦੋਨਾਂ ਦੀ ਅਭੇਦਤਾ ਇੰਨੀ ਹੈ ਕਿ ਉਹ ਸਰੂਪ ਦਿਸਦਾ ਹੈ ਤੇ ਉਹ ਸਰੂਪ ਅਣਡਿੱਠ ਹੈ, ਪਰ ਉਹਨਾਂ ਦਾ ਭੇਦ ਕੋਈ ਨਹੀਂ। ਉਹ ਜਦੋਂ ਪ੍ਰਗਟ ਹੁੰਦਾ ਹੈ ਤੇ ਉਹ ਉਹਨਾਂ ਸਰੂਪਾਂ ਦੇ ਵਿੱਚੋਂ ਪ੍ਰਗਟ ਹੁੰਦਾ ਜਦੋਂ ਵਾਸਾ ਹੁੰਦਾ ਨਾ, ਜਦੋਂ ਪ੍ਰਮਾਤਮਾ ਦਾ ਵਾਸਾ ਉਸ ਗੁਰੂ ਸਰੂਪ ਵਿੱਚ ਹੈ ਤਾਂ ਫਿਰ ਉਹਨਾਂ ਦੀ ਦ੍ਰਿਸ਼ਟੀ ਵੀ ਅੰਮ੍ਰਿਤ ਬਣ ਜਾਂਦੀ ਹੈ, ਕਿਉਂਕਿ ਉਹਨਾਂ ਦੇ ਬਚਨ ਵੀ ਅੰਮ੍ਰਿਤ ਰੂਪ ਬਣ ਜਾਂਦੇ ਨੇ। ਕਿਉਂਕਿ ਅੰਦਰ ਪਾਰ ਬ੍ਰਹਮ ਜੋ ਹੈ, ਉਹਨਾਂ ਦੇ ਅੰਦਰ ਬੋਲਦਾ ਹੀ ਪਾਰ ਬ੍ਰਹਮ ਆਪ ਹੈ। ਇਸ ਕਰਕੇ ਉਹਨਾਂ ਦੀ ਬਾਣੀ ਮਿੱਠੀ ਬਣ ਜਾਂਦੀ ਹੈ, ਉਹਨਾਂ ਦੇ ਬਚਨ ਜਿਹੜੇ ਆ ਸੁਭਾਗੇ ਬਣ ਜਾਂਦੇ ਨੇ, ਕਿਉਂਕਿ ਉਹਨਾਂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਆਪ ਕਿਰਪਾ ਕਰਕੇ ਵਸਿਆ ਹੋਇਆ ਹੈ। ਪਾਰ ਬ੍ਰਹਮ ਛਡਾਈ, ਤੇ ਸਤਿਗੁਰੂ ਆਪ ਹੀ ਕਿਰਪਾ ਕਰਦੇ ਨੇ। ਜਦੋਂ ਉਹਨਾਂ ਦਾ ਉਪਦੇਸ਼ ਧਾਰਨ ਕਰਦਾ ਗੁਰੂ ਕਾ ਸਿੱਖ, ਉਹਦੇ ਤੇ ਚੱਲਦਾ ਹੈ, ਸਿਮਰਨ ਕਰਦਾ ਹੈ, ਵਕਾਰਾਂ ਤੋਂ ਬਚਦਾ ਹੈ, ਕਕਾਰਾਂ ਦੀ ਰਹਿਤ ਰੱਖਦਾ ਹੈ, ਤਿਆਰ ਬਰ ਤਿਆਰ ਰਹਿੰਦਾ ਹੈ, ਗੁਰਸਿੱਖੀ ਨੂੰ ਧਾਰਨ ਕਰਦਾ ਹੈ, ਦਸਾਂ ਨੌਂ ਦੀ ਕਿਰਤ ਕਰਦਾ ਹੈ, ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਇੱਥੇ ਵੀ ਆਪ ਵੀ ਦਲਿੱਦਰਤਾ ਤੋਂ ਵੀ ਬਚਾਉਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਹਰ ਕਾਰਜ ਵਿੱਚ ਸਹਾਈ ਹੁੰਦਾ ਹੈ, ਤੇ ਫਿਰ ਆਪ ਜਮਾਂ ਤੋਂ ਵੀ ਛਡਾਉਂਦਾ ਹੈ। ਲੋਕ ਪਰਲੋਕ ਤੱਕ ਗੁਰੂ ਕੇ ਸਿੱਖ ਦੀ ਰੱਖਿਆ ਕਰਦਾ ਕੋਈ ਕਰ ਸਕਦਾ ਭਾਈ? ਕੋਈ ਨਹੀਂ ਕਰ ਸਕਦਾ। ਦੁਨੀਆ ਦੀ ਕੋਈ ਤਾਕਤ ਨਹੀਂ ਕਰ ਸਕਦੀ। ਅਸੀਂ ਜਮਾ ਕੇ ਦੇਖ ਲਈਏ, ਕੋਈ ਕਰ ਸਕਦਾ ਹੈ? ਇਹ ਤੇ ਸਿਰਫ ਅਕਾਲ ਪੁਰਖ ਵਾਹਿਗੁਰੂ ਦਾ ਵਾਸਾ ਉਹ ਸਤਿਗੁਰੂ ਦੇ ਵਿੱਚ ਹੈ। ਇਸ ਕਰਕੇ ਭਾਈ ਉਹ ਹਰ ਜਗ੍ਹਾ ਤੇ ਰੱਖਿਆ ਕਰ ਸਕਦਾ ਹੈ, ਹਰ ਜਗ੍ਹਾ ਤੇ ਮਹਾਰਾਜ ਦੀ ਪ੍ਰਤਿਗਿਆ ਰੱਖ ਸਕਦਾ ਹੈ, ਤੇ ਹਰ ਜਗ੍ਹਾ ਤੇ ਉਹ ਛਡਾ ਸਕਦਾ ਹੈ। ਗੁਰ ਸਤਿਗੁਰ ਤਾਣ ਦੀ ਬਾਣ ਹਰ, ਕਿਉਂਕਿ ਗੁਰੂ ਸਤਿਗੁਰੂ ਪਾਤਸ਼ਾਹ ਜੀ ਦਾ ਤਾਣ ਇੰਨਾ ਹੈ, ਤੇ ਜਿਹੜੀ ਉਹਦੀ ਬਾਣ ਉਹਦੀ ਕਚਹਿਰੀ ਹੈ ਨਾ, ਜਿਹੜੀ ਉਹਦੀ ਅਦਾਲਤ ਹੈ, ਉਹ ਝੂਠੀ ਨਹੀਂ ਕਿ ਉੱਥੋਂ ਦੀ ਜਿਹੜੀ ਕਚਹਿਰੀ ਦੇ ਜੱਜ ਨੇ ਕੋਈ ਭਰਮਾ ਲਵੇਗਾ, ਕੋਈ ਝੂਠੀ ਦਲੀਲ ਦੇ ਦੇਵੇਗਾ, ਕੋਈ ਗਵਾਹਾਂ ਨੂੰ ਮੁਕਰਾ ਦੇਵੇਗਾ, ਕੋਈ ਰਿਸ਼ਵਤ ਦੇ ਦੇਵੇਗਾ। ਨਹੀਂ, ਕਹਿੰਦੇ ਤਾਣ ਦੀ ਬਾਣ ਸੱਚ, ਕਹਿੰਦੇ ਉਹ ਸੱਚੀ ਦੀਵਾਨ ਹੈ, ਉਹਦੀ ਕਚਹਿਰੀ ਵੀ ਸੱਚੀ ਹੈ, ਉੱਥੇ ਸੱਚੋ ਹੀ ਸੱਚ ਨਿਬੜਿਆ, ਚੁਣ ਵੱਖ ਕੱਢੇ ਜਜਮਾਲਿਆ। ਕਹਿੰਦੇ ਭਾਈ ਉਹਦੀ ਤਾਂ ਦੀਵਾਨ ਵੀ ਤੇ ਉਹਦਾ ਤਾਣ ਵੀ ਸੱਚਾ ਹੈ, ਕਿਉਂਕਿ ਉਹਦਾ ਜ਼ੋਰ ਵੀ ਸੱਚਾ ਹੈ, ਝੂਠੇ ਜ਼ੋਰ ਉਹਦੇ ਮੂਹਰੇ ਨਹੀਂ ਚੱਲ ਸਕਦੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਉਸ ਅਕਾਲ ਪੁਰਖ ਦੀ ਇੰਨੀ ਸ਼ਕਤੀ ਹੈ, ਤਾਂਜੇ ਉਹਨੂੰ ਕਹਿੰਦੇ ਨਾ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ। ਜਿੱਥੇ ਕੋਈ ਜ਼ੋਰ ਨਹੀਂ ਨਾ ਚੱਲਦਾ, ਉੱਥੇ ਅਸੀਂ ਪ੍ਰਮਾਤਮਾ ਨੂੰ ਯਾਦ ਕਰਦੇ ਹਾਂ। ਕਿਉਂ ਕਰਦੇ ਹਾਂ ਭਾਈ? ਕਿਉਂਕਿ ਉਹ ਹਰ ਤਾਣ ਦੀ ਬਾਣ ਸੱਚ ਆ, ਉਹ ਸੱਚਾ ਹੈ, ਤੇ ਉਹਦਾ ਤਾਣ ਵੀ ਸੱਚਾ ਹੈ, ਤੇ ਉਹਦੀ ਕਚਹਿਰੀ ਵੀ ਸੱਚੀ ਹੈ। ਉੱਥੇ ਕੀਤੀ ਹੋਈ ਫਰਿਆਦ ਸੁਣੀ ਜਾਣੀ ਹੈ, ਕਿਉਂਕਿ ਉੱਥੇ ਝੂਠਿਆਂ ਦੀ ਫਰਿਆਦ ਨਹੀਂ ਚੱਲਣੀ, ਉੱਥੇ ਤਾਕਤਵਰਾਂ ਦੀ ਫਰਿਆਦ ਨਹੀਂ ਚੱਲਣੀ, ਉੱਥੇ ਜਰਵਾਣਿਆਂ ਦੀ ਫਰਿਆਦ ਨਹੀਂ ਚੱਲਣੀ, ਉੱਥੇ ਤਾਂ ਸੱਚ ਦੀ ਫਰਿਆਦ ਚੱਲਣੀ ਹੈ। ਇਸ ਕਰਕੇ ਜਦੋਂ ਸੱਚੇ ਨੇ ਫਰਿਆਦ ਕੀਤੀ, ਉੱਥੇ ਸੁਣੀ ਜਾਣੀ ਹੈ। ਉਹ ਸੱਚੀ ਕਚਹਿਰੀ ਹੈ,
ਉਸ ਅਕਾਲ ਪੁਰਖ ਦੀ ਦੀਵਾਨ ਹੈ। ਤਿਨ ਸਭ ਆਣ ਨਿਵਾਈ। ਉੱਥੇ ਭਾਈ ਉਸ ਦੀਵਾਨ ਦੇ ਵਿੱਚ ਫਿਰ ਸਾਰੇ ਹੀ ਵੱਡੇ ਵੱਡੇ ਜਿੰਨੇ ਵੀ ਹੈ ਉਹ ਆ ਕੇ ਉੱਥੇ ਨਿਆਉਂਦੇ ਨੇ। ਪ੍ਰਤੱਖ ਰੂਪ ਵਿੱਚ ਵੀ ਸਾਧ ਸੰਗਤ ਜੀ ਜਿਹੜੇ ਪ੍ਰਭੂ ਦੇ ਪਿਆਰੇ ਭਗਤ ਨੇ, ਭਗਤੀ ਕਰਦੇ ਨੇ, ਤੇ ਆਪਾਂ ਪ੍ਰਤੱਖ ਵੇਖਿਆ ਕਿ ਆਪਣੇ ਜ਼ੋਰ ਅਜਮਾਇਸ਼ ਕਰਨ ਤੋਂ ਬਾਅਦ ਉਹਨਾਂ ਦੀਆਂ ਟੁੱਟੀਆਂ ਝੌਂਪੜੀਆਂ ਵਿੱਚ ਜਾ ਕੇ ਵੱਡੇ ਵੱਡੇ ਰਾਜੇ ਵੀ ਨਿਆਉਂਦੇ ਆ। ਆਪਾਂ ਇਤਿਹਾਸ ਪੜ੍ਹਦੇ ਆ, ਰਾਜੇ ਨਾਗਰ ਮੱਲ ਵਰਗੇ ਰਾਜੇ ਭਗਤ ਰਵਿਦਾਸ ਦੀ ਟੁੱਟੀ ਝੌਂਪੜੀ 'ਚ ਜੁੱਤੇ ਗੰਢਦਿਆਂ ਹੋਇਆਂ ਨੂੰ ਵੇਖ ਕੇ ਵੀ ਸ਼ਰਮਾਇਆ ਨਹੀਂ, ਉੱਥੇ ਜਾ ਕੇ ਨਮਸਕਾਰ ਕੀਤੀ, ਕਿਉਂਕਿ ਰੱਬ ਰੂਪ ਬਣ ਚੁੱਕੇ ਸਨ। ਭਗਤ ਕਬੀਰ ਦੀਆਂ ਟੁੱਟੀਆਂ ਝੌਂਪੜੀਆਂ ਤੱਕ ਜਾ ਕੇ ਸਲਾਮਾਂ ਨਹੀਂ ਕੀਤੀਆਂ। ਸਾਧ ਸੰਗਤ ਜੀ, ਇਹ ਸਤਿਗੁਰੂ ਦੀ ਐਸੀ ਦੀਵਾਨ ਹੈ, ਐਸਾ ਸੱਚਾ ਵਾਹਿਗੁਰੂ ਦਾ ਅਮਰ ਹੈ, ਉਹਦਾ ਹੁਕਮ ਐਸਾ ਹੈ ਜਿਹੜਾ ਸਾਰਿਆਂ ਤੇ ਚੱਲਦਾ ਹੈ। ਤੇ ਜਦੋਂ ਉਹ ਸੱਚ ਦਾ ਪ੍ਰਤਾਪ ਵੱਧਦਾ ਹੈ ਤੇ ਫਿਰ ਵੱਡੇ ਵੱਡੇ ਜਰਵਾਣਿਆਂ ਨੂੰ ਵੀ ਉਹ ਝੁਕਾ ਦਿੰਦਾ ਹੈ, ਉਹ ਸਭ ਨੂੰ ਨਵਾ ਦਿੰਦਾ ਆਪਣੀ ਦੀਵਾਨ ਕਚਹਿਰੀ ਵਿੱਚ। ਜਿਨੀ ਡਿਠਾ ਮੇਰਾ ਸਤਿਗੁਰ ਭਾਉ ਕਰ। ਕਹਿੰਦੇ ਗੁਰਸਿੱਖਾ ਇਸ ਗੱਲ ਨੂੰ ਯਾਦ ਰੱਖੀ ਭਾਈ, ਇਹ ਸਾਨੂੰ ਸਭ ਨੂੰ ਸਿੱਖਿਆ ਦਿੱਤੀ ਮਹਾਰਾਜ ਨੇ। ਕਹਿੰਦੇ ਜਿਨ੍ਹਾਂ ਨੇ ਦਰਸ਼ਨ ਕੀਤੇ ਮਹਾਰਾਜ ਦੇ, ਦਰਸ਼ਨ ਅਸੀਂ ਰੋਜ਼ ਕਰਦੇ ਆ ਨਾ, ਕਹਿੰਦੇ ਜਿਨੀ ਡਿਠਾ ਮੇਰਾ ਸਤਿਗੁਰ ਭਾਉ ਕਰ। ਅੰਦਰ ਭਾਵਨੀ ਧਾਰ ਕੇ, ਸ਼ਰਧਾ ਰੱਖ ਕੇ ਜਿਨ੍ਹਾਂ ਨੇ ਦਰਸ਼ਨ ਕੀਤੇ ਮੇਰੇ ਗੁਰੂ ਦੇ, ਤਿੰਨ ਕੇ ਸਭ ਪਾਪ ਗਵਾਈ। ਕਹਿੰਦੇ ਭਾਈ ਤਿੰਨਾਂ ਦੇ ਸਾਰੇ ਪਾਪ ਖਤਮ ਕਰ ਦੂਗਾ। ਇਹ ਪ੍ਰਮਾਤਮਾ ਦਾ ਨਾਮ ਏਡਾ ਵੱਡਾ ਹੈ ਕਿ ਇਹ ਸਾਰੇ ਪਾਪ ਧੋਤੇ ਜਾਂਦੇ ਨੇ ਜੇ ਅਸੀਂ ਭਾਵਨਾ ਧਾਰਾਂਗੇ। ਜੇ ਮਨ ਵਿੱਚ ਦੋ ਚੀਜ਼ਾਂ ਰੱਖ ਕੇ, ਇੱਕ ਭਾਵਨਾ ਤੇ ਇੱਕ ਪਛਤਾਪ, ਦੋ ਚੀਜ਼ਾਂ, ਕਿ ਜਿਹੜੇ ਪਹਿਲੇ ਪਾਪ ਕੀਤੇ ਉਹਨਾਂ ਦਾ ਪਛਤਾਪ ਤੇ ਅੱਗੇ ਵਾਸਤੇ ਤੋਬਾ ਕਰ ਲੈਣੀ ਕਿ ਮਹਾਰਾਜ ਹੁਣ ਤੱਕ ਜੋ ਹੋ ਗਿਆ ਮੈਨੂੰ ਇਹ ਭੁੱਲੇ ਹੋਏ ਨੂੰ ਪਤਾ ਨਹੀਂ ਸੀ ਆਪ ਜੀ ਦੇ ਸੱਚੇ ਰਾਹ ਦਾ, ਅੱਜ ਤੋਂ ਬਾਅਦ ਇਹ ਪਾਪ ਨਹੀਂ ਕਰਾਂਗਾ। ਤੇ ਜੇ ਭਾਈ ਨਾਲ ਨਾਲ ਕਰੀ ਵੀ ਗਏ ਕਿ ਅੱਜ ਦੇ ਪਾਪ ਕੱਲ ਨੂੰ ਜਾ ਕੇ ਫੇਰ ਧੋ ਲਵਾਂਗੇ, ਮਹਾਰਾਜ ਨੇ ਇਸ ਤਰ੍ਹਾਂ ਮਾਫ ਨਹੀਂ ਜੇ ਕਰਨਾ। ਨਹੀਂ ਭਾਈ, ਸਤਿਗੁਰੂ ਦੀ ਸਿੱਖਿਆ ਨੂੰ ਧਾਰਨ ਕਰਨ ਤੋਂ ਬਾਅਦ ਤੇ ਫੇਰ ਅਸੀਂ ਗੁਰੂ ਕੇ ਸਿੱਖ ਬਣ ਕੇ ਸਿੱਖਿਆ ਨੂੰ ਧਾਰਨ ਕਰਕੇ ਸਤਿਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਾਂਗੇ ਤਾਂ ਫੇਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰ ਦੇਣਗੇ। ਤੇ ਫੇਰ ਸਾਡੇ ਮਨ ਵਿੱਚ ਭਾਵਨਾ ਬਣ ਜਾਵੇਗੀ, ਸ਼ਰਧਾ ਬਣ ਜਾਵੇਗੀ, ਤੇ ਫੇਰ ਸਾਰੇ ਪਾਪ ਸੰਭਲ ਮਹਾਰਾਜ ਸੱਚੇ ਪਾਤਸ਼ਾਹ ਜੀ ਲਾਹ ਦੇਣਗੇ, ਧੋ ਦੇਣਗੇ। ਹਰ ਦਰਗਹ ਤੇ ਮੁਖ ਉਜਲੇ। ਫਿਰ ਭਾਈ ਮਹਾਰਾਜ ਜੀ ਫਰਮਾਉਂਦੇ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਹਿੰਦੇ ਫਿਰ ਭਾਈ ਉਹ ਦਰਗਾਹ ਦੇ ਵਿੱਚ ਉਜਲੇ ਮੁਖ ਲੈ ਕੇ ਜਾਣਗੇ ਸੰਸਾਰ ਤੋਂ ਜਿਨ੍ਹਾਂ ਨੇ ਇਸ ਸਿੱਖਿਆ ਨੂੰ ਧਾਰਨ ਕਰ ਲਿਆ। ਬਹੁ ਸੋਭਾ ਪਾਈ। ਕੇਵਲ ਉਜਲੇ ਮੁਖ ਹੀ ਨਹੀਂ ਲੈ ਕੇ ਜਾਣਗੇ, ਅਖੀਰ ਵਿੱਚ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹਨਾਂ ਦੀ ਸੋਭਾ ਹੁੰਦੀ ਰਹੇਗੀ। ਅੱਜ ਵੀ ਵੇਖੋ ਥਾਵਾਂ ਥਾਵਾਂ ਤੇ ਦੀਵਾਨ ਲੱਗਦੇ ਆ, ਬੜੇ ਵਿਦਵਾਨ ਕਥਾ ਕਰਦੇ ਨੇ, ਬੜੀਆਂ ਵੱਡੀਆਂ ਕਿਤਾਬਾਂ ਲਿਖੀਆਂ ਗਈਆਂ, ਪਰ ਜ਼ਿਕਰ ਕਿਹਦਾ ਕਰਦੇ ਨੇ? ਜ਼ਿਕਰ ਕਰਦੇ ਨੇ ਕਿਤੇ ਬਾਬਾ ਈਸ਼ਰ ਸਿੰਘ ਦਾ ਕਰਦੇ ਨੇ, ਕਿਤੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਦਾ ਕਰਦੇ ਨੇ, ਕਿਤੇ ਭਾਈ ਵੀਰ ਸਿੰਘ ਦਾ ਕਰਦੇ ਨੇ, ਕਿਤੇ ਭਾਈ ਰਣਧੀਰ ਸਿੰਘ ਜੀ ਦਾ ਕਰਦੇ ਨੇ। ਕਿਹਦਾ ਜ਼ਿਕਰ ਕਰਦੇ ਨੇ? ਜਿਨ੍ਹਾਂ ਨੇ ਨਾਮ ਜਪਿਆ, ਉਹਨਾਂ ਦੀ ਵਡਿਆਈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੰਸਾਰ ਤੋਂ ਵੀ, ਉਹਨਾਂ ਚਲੇ ਜਾਣ ਤੋਂ ਬਾਅਦ ਵੀ ਉਹਨਾਂ ਦੀ ਵਡਿਆਈ ਖਤਮ ਨਹੀਂ ਹੁੰਦੀ, ਵਡਿਆਈ ਵੱਧਦੀ ਜਾਂਦੀ ਹੈ। ਇਸ ਕਰਕੇ ਉਹਨਾਂ ਦੇ ਅੰਦਰ ਸੱਚੇ ਨਾਮ ਦੀ ਸੋਭਾ ਹੁੰਦੀ ਹੈ, ਉਹਨਾਂ ਦੇ ਸੱਚੇ ਨਾਮ ਦਾ ਵਾਸਾ ਹੁੰਦਾ ਹੈ, ਤੇ ਉਹ ਨਾਮ ਦੀ ਵਡਿਆਈ ਹੈ। ਨਾਮ ਦੀ ਵਡਿਆਈ ਹੋਣ ਕਰਕੇ ਕਦੇ ਘਟਦੀ ਨਹੀਂ, ਹਮੇਸ਼ਾ ਵੱਧਦੀ ਰਹਿੰਦੀ ਹੈ। ਜਾਨ ਨਾਨਕ ਮੰਗੈ ਧੂੜ ਤਿਨ। ਇਸ ਵਾਸਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਹਿੰਦੇ ਗੁਰੂ ਕੇ ਸਿੱਖੋ ਉਹਨਾਂ ਗੁਰਸਿੱਖਾਂ ਦੀ ਧੂੜ ਚਰਨਾਂ ਦੀ ਮੰਗਿਆ ਕਰੋ ਹਮੇਸ਼ਾ ਹੀ। ਜੋ ਗੁਰ ਕੇ ਸਿੱਖ ਮੇਰੇ ਭਾਈ। ਉਹ ਕਿੱਡੀ ਵੱਡੀ ਸੋਭਾ ਦਿੱਤੀ ਮਹਾਰਾਜ ਨੇ, ਕਹਿੰਦੇ ਜਿਹੜੇ ਗੁਰੂ ਕੇ ਸਿੱਖ ਹੈ ਤੇ ਸਾਡੇ ਭਰਾ ਹੈ, ਮਹਾਰਾਜ ਨੇ ਕਿੱਡੀ ਵੱਡੀ ਭਾਈ ਸਮੇਲਤਾ ਬਖਸ਼ੀ, ਬਹੁਤੀ ਕਿਰਪਾ ਕੀਤੀ, ਮਹਾਰਾਜ ਕੋਈ ਕਰ ਨਹੀਂ ਸਕਦਾ। ਗਰੀਬਾਂ ਤੇ ਰੁਲਦਿਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਏਡੀ ਵੱਡੀ ਕਿਰਪਾ ਕਰਦੇ ਨੇ। ਕਹਿੰਦੇ ਭਾਈ ਉਹਨਾਂ ਨੂੰ ਹਮੇਸ਼ਾ ਹੀ ਸਮਝਣਾ ਚਾਹੀਦਾ ਹੈ ਕਿ ਇਹ ਗੁਰੂ ਕੇ ਸਿੱਖ ਹੈ ਤੇ ਸਾਡੇ ਭਰਾ ਹੈ। ਨਹੀਂ ਸਮਝਣਾ ਚਾਹੀਦਾ ਕਿ ਛੋਟੀਆਂ ਜਾਤਾਂ ਦੇ ਆ, ਇਹ ਤਾਂ ਭੰਗੀ ਨੇ,
ਇਹਨਾਂ ਦਾ ਜਿਹੜੀ ਕਿਰਤ ਕਰਨ ਦਾ ਤਰੀਕਾ ਛੋਟਾ ਹੈ। ਨਹੀਂ, ਇਹ ਗੱਲਾਂ ਛੱਡ ਕੇ ਕਹਿੰਦੇ ਗੁਰੂ ਕੇ ਸਿੱਖ ਸਮਝ ਕੇ ਤੇ ਆਪਣੇ ਭਰਾ ਸਮਝ ਕੇ ਜਿਹੜੇ ਗੁਰੂ ਸਿੱਖਿਆ ਨੂੰ ਧਾਰਨ ਕਰਕੇ ਪ੍ਰਮਾਤਮਾ ਦਾ ਨਾਮ ਜਪਦੇ ਆ, ਉਹਨਾਂ ਨੂੰ ਭਰਾ ਸਮਝਣਾ ਚਾਹੀਦਾ ਹੈ। ਪੌੜੀ ਹਉ ਆਖ ਸਲਾਹੀ ਸਿਫਤ ਸੱਚ। ਸਤਿਗੁਰੂ ਜੀ ਹੁਣ ਪੌੜੀ ਦੁਆਰਾ ਕਿਰਪਾ ਕਰਦੇ ਨੇ, ਕਹਿੰਦੇ ਹਉ ਆਖ ਸਲਾਹੀ ਸਿਫਤ ਸੱਚ। ਕਹਿੰਦੇ ਅਸੀਂ ਆਖ ਕੇ ਕਹਿਣਾ ਚਾਹੁੰਦੇ ਆ ਉਸ ਸੱਚੇ ਦੀ ਸਿਫਤ ਸਲਾਹ ਨੂੰ, ਸੱਚ ਸੱਚੇ ਕੀ ਵਡਿਆਈ। ਤੇ ਪਰ ਕਿਉਂਕਿ ਸੱਚ ਜਿਹੜਾ ਹਮੇਸ਼ਾ ਵਾਸਤੇ ਸੱਚਾ ਹੀ ਰਹਿਣਾ, ਉਹਦੀ ਵਡਿਆਈ ਕਹਿਣਾ ਚਾਹੁੰਦੇ ਆ ਕਿ ਉਹ ਹੀ ਵਡਿਆਈ ਅਖੀਰ ਨੂੰ ਸੱਚੀ ਰਵੇਗੀ, ਕਦੇ ਮਿਟੇਗੀ ਨਹੀਂ। ਸਲਾਹੀ ਸੱਚ ਸਲਾਹ ਸੱਚ। ਕਹਿੰਦੇ ਸਲਾਹ ਵੀ ਸੱਚੀ ਤੇ ਸਲਾਉਣ ਵਾਲਾ ਵੀ ਸੱਚਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਤੋਂ ਕੌਣ ਸੱਚਾ ਹੋਵੇਗਾ ਭਾਈ। ਕਹਿੰਦੇ ਉਹ ਸੱਚਾ ਅਕਾਲ ਪੁਰਖ ਵਾਹਿਗੁਰੂ, ਉਹਦੀ ਸਿਫਤ ਸਲਾਹ ਵੀ ਸੱਚੀ ਤੇ ਸਲਾਉਣ ਵਾਲਾ ਵੀ ਸੱਚਾ ਆਪ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਧੰਨ ਗੁਰੂ ਰਾਮਦਾਸ ਮਹਾਰਾਜ ਜੀ। ਸੱਚ ਕੀਮਤ ਕਿਨੈ ਨਾ ਪਾਈ। ਇਸ ਕਰਕੇ ਇਸ ਸੱਚੇ ਨਾਮ ਦੀ ਵਡਿਆਈ ਦੀ ਕੋਈ ਕੀਮਤ ਨਹੀਂ ਪਾ ਸਕਦਾ। ਸੱਚ ਸੱਚਾ ਰਸ ਜਿਨੀ ਚਖਿਆ। ਕਹਿੰਦੇ ਭਾਈ ਇਹ ਸੱਚਾ ਰਸ ਜਿਨ੍ਹਾਂ ਨੇ ਚੱਖ ਲਿਆ, ਜਿਨ੍ਹਾਂ ਨੇ ਇਹ ਸਵਾਦ ਨੂੰ ਧਾਰਨ ਕਰ ਲਿਆ, ਜਿਨ੍ਹਾਂ ਨੇ ਚੱਖ ਲਿਆ, ਇਹ ਰਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨਾ ਕਿ ਇਹ ਸਾਡੀ ਰਸਨਾ ਝੂਠੇ ਸਵਾਦਾਂ ਵਿੱਚ ਫਸੀ ਹੋਈ ਆ। ਆਨ ਰਸਾ ਜਿੱਥੇ ਤੈ ਚਾਖੇ ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ। ਹਰ ਰਸ ਕਾ ਤੂੰ ਚਾਖੈ ਸਾਧ ਚਾਖਤ ਹੋਏ ਰਹਿ ਬਸਮਾਦ। ਜਿਨ੍ਹਾਂ ਨੇ ਇਸ ਰਸ ਨੂੰ ਚੱਖ ਲਿਆ ਸੇ ਤ੍ਰਿਪਤ ਰਹੇ ਆਗਾਈ। ਕਹਿੰਦੇ ਭਾਈ ਉਹ ਰੱਜ ਗਏ, ਉਹਨਾਂ ਨੂੰ ਸੰਤੋਖ ਆ ਗਿਆ, ਉਹਨਾਂ ਦੇ ਮਨ ਦੀਆਂ ਜਨਮਾਂ ਜਨਮਾਤਰਾਂ ਦੀਆਂ ਭੁੱਖਾਂ ਮਿਟ ਗਈਆਂ, ਕੋਈ ਲਾਲਸਾ ਹੀ ਨਹੀਂ ਮਨ ਵਿੱਚ ਰਹਿ ਗਈ। ਇਹੋ ਹਰ ਰਸ ਸੇਈ ਜਾਣਦੇ। ਕਹਿੰਦੇ ਭਾਈ ਕੌਣ ਜਾਣਦਾ ਇਸ ਰਸ ਨੂੰ? ਕੋਈ ਜਾਣਦਾ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸਦੇ ਨੇ ਕਿ ਭਾਈ ਉਹ ਇਸ ਰਸ ਨੂੰ ਜਾਣਦੇ ਹਨ। ਜਿਉ ਗੂੰਗੇ ਮਠਿਆਈ ਖਾਈ। ਜਿਵੇਂ ਕਹਿੰਦੇ ਗੂੰਗੇ ਬੰਦੇ ਨੂੰ ਮਠਿਆਈ ਖਵਾ ਦਿਓ ਨਾ, ਹੋਰ ਨਜੀਕ ਖੁਦਾਏ ਦੇ ਭੇਦ ਨਾ ਕਿਸੇ ਦੇਣ। ਜਿਹੜੇ ਪ੍ਰਮਾਤਮਾ ਦੇ ਨੇੜੇ ਚਲੇ ਗਏ, ਪ੍ਰਮਾਤਮਾ ਦੀ ਸਿਫਤ ਸਲਾਹ ਵਿੱਚ ਰੰਗੇ ਗਏ, ਉਹ ਭਾਈ ਮੁੜ ਕੇ ਬੌੜ ਕੇ ਕਿਸੇ ਨੂੰ ਉਹ ਵਡਿਆਈ ਨਹੀਂ ਦੱਸਦੇ, ਉਹ ਤਾਂ ਉਹਦੇ ਵਿੱਚ ਹੀ ਭੇਦ ਹੋ ਜਾਂਦੇ ਆ। ਕਿਉਂ ਹੈ? ਜਿਵੇਂ ਗੂੰਗਾ ਮਠਿਆਈ ਖਾ ਲਵੇ, ਉਹਦੇ ਮਨ ਦੀ ਮੁਸਕਰਾਹਟ ਤਾਂ ਦੱਸ ਦੇਵੇਗੀ ਕਿ ਮਠਿਆਈ ਸਵਾਦ ਹੈ, ਪਰ ਉਹ ਬੋਲ ਕੇ ਨਹੀਂ ਦੱਸ ਸਕੇਗਾ। ਗੁਰ ਪੂਰੈ ਹਰ ਪ੍ਰਭ ਸੇਵਿਆ। ਇਸ ਵਾਸਤੇ ਭਾਈ ਪੂਰੇ ਗੁਰੂ ਦੀ ਸੇਵਾ ਕਰਨੀ ਚਾਹੀਦੀ ਹੈ। ਗੁਰਸਿੱਖੋ, ਅਧੂਰਿਆਂ ਦਾ ਖਹਿੜਾ ਛੱਡਣਾ ਚਾਹੀਦਾ, ਅਧੂਰਿਆਂ ਦੀ ਆਸ ਨਹੀਂ ਧਾਰਨ ਮਨ ਵਿੱਚ ਕਰਨੀ ਚਾਹੀਦੀ। ਮਨ ਵੱਜੀ ਵਾਧਾਈ। ਫੇਰ ਕਹਿੰਦੇ ਭਾਈ ਗੁਰਸਿੱਖਾਂ ਮਨ ਵਧਾਈਆਂ, ਉਹਨਾਂ ਗੁਰਸਿੱਖਾਂ ਦੇ ਮਨ ਵਿੱਚ ਵਧਾਈਆਂ ਵੱਜਦੀਆਂ ਜਿਨ੍ਹਾਂ ਨੇ ਪੂਰੇ ਗੁਰੂ ਦਾ ਸੇਵਨ ਕੀਤਾ, ਪੂਰੇ ਗੁਰੂ ਦੀ ਆਰਾਧਨਾ ਕੀਤੀ ਹੈ, ਪੂਰੇ ਗੁਰੂ ਨੂੰ ਧਾਰਨ ਕੀਤਾ, ਪੂਰੇ ਗੁਰੂ ਦੀਆਂ ਵਡਿਆਈਆਂ ਵੰਡੀਆਂ, ਉਹਦੀ ਫਿਰ ਜੈ ਜੈਕਾਰ ਹੁੰਦੀ, ਉਹਨੂੰ ਹੀ ਵਧਾਈਆਂ ਮਿਲਦੀਆਂ। ਭਾਈ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਰਹਿਮਤ ਕੀਤੀ, ਕਿਰਪਾ ਕੀਤੀ ਹੈ। ਸੋ ਮਹਾਰਾਜ ਕਿਰਪਾ ਕਰਨ ਇਹ ਸ਼ੁਭ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ, ਅਸੀਂ ਵੀ ਗੁਰੂ ਕੀ ਸਿੱਖੀ ਨੂੰ ਧਾਰਨ ਕਰ ਲਈਏ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ, ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਇਹੋ ਹਰ ਰਸ ਸੇਈ ਜਾਣਦੇ, ਜੋ ਗੂੰਗੇ ਮਠਿਆਈ ਖਾਈ। ਗੁਰ ਪੂਰੈ ਹਰ ਪ੍ਰਭ ਸੇਵਿਆ, ਮਨ ਵਜੀ ਵਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।